ਤੁਸੀਂ ਇਹਨੂੰ ਧਰਮ ਦੇ ਚਸ਼ਮੇ ਨਾਲ ਕਿਉਂ ਦੇਖਦੇ ਪਏ ਇਹਨਾਂ ਸਾਰੇ ਮਾਮਲਿਆਂ ਨੂੰ? ਵਜ੍ਹਾ ਕੀ ਹੈ? ਕੋਈ ਹਿੰਦੂ ਦੱਸ ਦਿਓ ਜਿਹਨੇ 25-30 ਸਾਲ ਜੇਲ੍ਹ ਕੱਟੀ ਹੋਏ ਮਰਡਰ ਕੇਸ ਦੇ ਵਿੱਚ। ਜਿਹੜੇ ਹਿੰਦੂ ਆ ਉਹ ਬੇਲਾਂ ਦੇ ਉੱਤੇ ਆ ਤੇ ਸਿੱਖ ਆ ਜਾਂ ਮੁਸਲਮਾਨ ਉਹ ਜੇਲ੍ਹਾਂ ਦੇ ਵਿੱਚ ਆ। ਤੇ ਸਾਡੀ ਸਿਆਸਤ ਤਾਂ ਬਹੁਤੀ ਇਹ ਕਹਿੰਦੀ ਹੈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਜੇ ਬੰਦੇ ਬਾਹਰ ਆ ਗਏ। ਇਹ ਕੋਈ ਪ੍ਰੋਫੈਸਰ ਆ, ਕੋਈ ਖੇਤੀਬਾੜੀ ਕਰਦਾ ਸੀ, ਕੋਈ ਪੁਲਿਸ ਦੇ ਵਿੱਚ ਸੀ, ਆਪਣੀ ਲਾਈਫ ਜਿਹੜੀ ਹੈ ਜੀ ਰਹੇ ਸੀ। ਇੱਕ ਖਾਸ ਪੋਲੀਟੀਕਲ ਹਾਲਾਤਾਂ ਦੇ ਮੁਤਾਬਕ ਇਹਨਾਂ ਨੂੰ ਇਸ ਪਾਸੇ ਨੂੰ ਕੁੱਦਣਾ ਪਿਆ। ਤੁਹਾਡੇ ਲਈ ਇਹ ਬੰਦੀ ਸਿੰਘ ਹੀਰੋ ਹੈ? ਬਿਲਕੁਲ ਹੀਰੋ ਆ ਜੀ, ਬਤੌਰ ਸਿੱਖ ਮੇਰੇ ਲਈ ਇਹ ਸਾਰੇ ਹੀਰੋ ਆ। ਸਿਆਸਤ ਇਸ ਮਾਮਲੇ ਦੇ ਉੱਤੇ ਬਹੁਤ ਸੋਚ ਸਮਝ ਕੇ ਬੋਲਦੀ ਹੈ। ਉਦੋਂ ਬੋਲਦੀ ਹੈ ਜਦੋਂ ਲੱਗਦਾ ਕਿ ਹਾਂ ਥੋੜਾ ਜਿਹਾ ਹੁਣ ਵੋਟ ਬੈਂਕ ਦਾ ਉਹ ਇੱਧਰ ਉੱਧਰ ਨਾ ਹੋ ਜਾਵੇ, ਉਦੋਂ ਬੋਲ ਦੋ। ਸੋ ਹੁਣ ਅੱਜ ਸੰਧਵਾ ਸਾਹਿਬ ਬੋਲੇ ਆ ਤੇ ਬਾਕੀ ਵੀ ਮੇਰੇ ਹਿਸਾਬ ਨਾਲ ਜਿਹੜੇ ਬਲਜਿੰਦਰ ਕੌਰ ਵਰਗੇ ਜਿਹੜੇ ਪੁਰਾਣੇ MLA ਹੈਗੇ ਆ ਤੇ ਉਹਨਾਂ ਨੂੰ ਬੋਲਣਾ ਚਾਹੀਦਾ। ਭਗਵੰਤ ਮਾਨ ਪਰਸਨਲ ਮੈਨੂੰ ਜਾਣਦਾ, ਉਹ ਮੇਰਾ ਫੋਨ ਨਹੀਂ ਚੁੱਕਦਾ, ਮੇਰੀ ਈਮੇਲ ਨਹੀਂ ਕਰਦਾ, ਕਿਉਂਕਿ ਉਹਨੂੰ ਲੱਗਦਾ ਵੀ ਮੈਨੂੰ ਵੋਟਾਂ ਘਟਣਗੀਆਂ ਜਾਂ ਉਹਨਾਂ ਦੀ ਸੋਚ ਆ ਇਹ ਵੀ ਹਿੰਦੂ ਵੋਟ ਘਟੂਗੀ। ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ। ਹਿੰਦੂ ਸਿੱਖ ਇਸ ਗੱਲ ਤੇ ਵੋਟ ਨਹੀਂ ਪਾਉਂਦੇ ਵੀ ਇਹ ਤੁਸੀਂ ਛੱਡਤਾ ਜਾਂ ਫੜ ਲਿਆ, ਪਰ ਇਹ ਆ ਵੀ ਉਹਨਾਂ ਦੀ ਸੋਚ ਕਿੱਥੇ ਆ। ਕੋਈ ਸੋਚ ਤਾਂ ਨਹੀਂ ਉਹਦੀ ਸਿੱਖ ਵਿਰੋਧੀ ਵੀ ਹਾਂ ਸਿੱਖ ਹੈ ਇਹਨੂੰ ਨਹੀਂ ਛੱਡਣਾ। ਤੇ ਕੇਜਰੀਵਾਲ ਨੇ ਮਨੂ ਸ਼ਰਮਾ ਕਿਉਂ ਛੱਡਿਆ? ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ 'ਤੇ ਸਿਆਸਤ ਵੀ ਬਹੁਤ ਜ਼ਿਆਦਾ ਹੋ ਰਹੀ ਹੈ, ਪਰ ਕੀ ਇਸ ਮੁੱਦੇ 'ਤੇ ਸਿਆਸਤ ਹੋਣੀ ਚਾਹੀਦੀ ਹੈ? ਹੋਣੀ ਚਾਹੀਦੀ ਤਾਂ ਕਿਉਂ ਹੋਣੀ ਚਾਹੀਦੀ ਹੈ? ਸਵਾਲ ਇਹ ਬਹੁਤ ਵੱਡਾ ਹੈ, ਪਰ ਸਾਡੇ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ? ਉਸ ਕਾਨੂੰਨ ਦੇ ਨਜ਼ਰੀਏ ਤੋਂ ਇਹ ਮੁੱਦੇ ਨੂੰ ਸਮਝਣਾ ਚਾਹੀਦਾ ਜਾਂ ਸਿਰਫ ਸਿਆਸੀ ਨਜ਼ਰੀਏ ਤੋਂ ਸਮਝਣਾ ਚਾਹੀਦਾ? ਇਸੇ ਬਾਬਤ ਗੱਲ ਕਰਾਂਗੇ। ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈ। ਵਕੀਲ ਨੇ ਜਸਪਾਲ ਸਿੰਘ ਮੰਝਪੁਰ ਹੋਰੀ, ਜਿਹੜੇ ਤਕਰੀਬਨ ਇਹੋ ਜਿਹੇ ਬਹੁਤ ਕੇਸ ਲੜ ਚੁੱਕੇ ਆ। ਬੜਾ ਲੰਬਾ ਤਜਰਬਾ ਉਹਨਾਂ ਦਾ UAPA ਦੇ ਤੇ ਹੋਰ ਜਿਹੜੇ ਕੇਸ ਹੈ ਕਿ ਜਿਨ੍ਹਾਂ ਵਿੱਚ ਉਹ ਹਮੇਸ਼ਾ ਕਹਿੰਦੇ ਆ ਕਿ ਸਿੱਖਾਂ ਦੇ ਨਾਲ ਇਹੋ ਜਿਹਾ ਕੀਤਾ ਜਾ ਰਿਹਾ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਿੱਖ ਮਸਲੇ ਨੂੰ ਉਭਾਰਨ ਦਾ ਮਾਮਲਾ ਹੈਗਾ ਜਾਂ ਇਹ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਮਾਮਲਾ ਹੈਗਾ, ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦਾ ਮਾਮਲਾ ਹੈਗਾ। ਉਹ ਸਭ ਕੁਝ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਸਪਾਲ ਸਿੰਘ ਮੰਝਪੁਰ ਹਰੀ ਪਹਿਲਾਂ ਸਿੱਖ ਫੈਡਰੇਸ਼ਨ ਨਾਲ ਵੀ ਜੁੜੇ ਰਹੇ ਆ ਤੇ ਵਕਾਲਤ ਇਹਨਾਂ ਨੇ ਕੀਤੀ ਹੈ, ਤੇ ਵਕਾਲਤ ਤਕਰੀਬਨ ਇਹਨਾਂ ਮੁੱਦਿਆਂ 'ਤੇ ਕੀਤੀ ਹੈ ਜਿਨ੍ਹਾਂ ਦੇ ਵਿੱਚ ਕੋਈ ਵਿਦੇਸ਼ਾਂ ਤੋਂ ਆ ਕੇ ਲੋਕ ਇੱਥੇ ਫਸੇ ਆ ਜਾਂ ਕੋਈ ਵੱਡਾ ਉਹਨਾਂ ਦੇ ਨਾਮ 'ਤੇ ਕੋਈ ਕਤਲਕਾਂਡ ਵਾਪਰਿਆ ਜਾਂ ਕੋਈ ਇਹੋ ਜਿਹਾ ਕੇਸ ਉਹਨਾਂ 'ਤੇ ਪਿਆ ਜਿਨ੍ਹਾਂ ਵਿੱਚ ਉਹਨਾਂ ਕੋਲ ਕੋਈ ਮਦਦ ਨਹੀਂ ਹੈਗੀ ਸੀ। ਜਸਪਾਲ ਸਿੰਘ ਮੰਝਪੁਰ ਹਰੀ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਹੈਗੇ ਹਾਂ, ਅਸੀਂ ਇਸ ਲਈ ਅੱਗੇ ਆਏ। ਉਹਨਾਂ ਨੂੰ ਸਭ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਸਪਾਲ ਸਿੰਘ ਮੰਝਪੁਰ ਜੀ, ਤੁਹਾਡਾ ਬਹੁਤ ਸਵਾਗਤ ਹੈ ਸਰ। ਹਾਂਜੀ, ਧੰਨਵਾਦ। ਜਸਪਾਲ ਸਿੰਘ ਮੰਝਪੁਰ ਜੀ, ਤੁਹਾਡੇ ਵਰਗੇ ਵਕੀਲਾਂ ਨੇ ਇਹ ਤੁਸੀਂ ਤਿਆਰ ਕੀਤਾ, ਮੇਰੇ ਕੋਲ ਬਹੁਤ ਵੱਡੀ ਲਿਸਟ ਪਈ ਹੈ, ਮੈਂ ਸਵਾਲਾਂ ਤੋਂ ਉੱਥੇ ਸ਼ੁਰੂ ਕਰੂੰਗਾ। ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਕੀ ਹੈ ਸਰ? ਮੈਂ ਤਾਂ ਇਹਨਾਂ ਦੇ ਕੇਸ, ਇਹਨਾਂ ਦੇ ਲੱਗੀਆਂ ਧਾਰਾਵਾਂ, ਇਹ ਕਿੰਨੀ ਸਜ਼ਾ ਕੱਟ ਚੁੱਕੇ ਆ, ਮੈਂ ਤਾਂ ਸੋਚਣ ਲੱਗ ਪਿਆ ਵੀ ਸਾਡੇ ਦੇਸ਼ ਦਾ ਕਾਨੂੰਨ ਕੀ ਕਹਿੰਦਾ ਤੇ ਤੁਸੀਂ ਲੋਕ ਕੀ ਕਹਿ ਰਹੇ ਹੋ? ਦੇਖੋ, ਜਿਹੜੇ ਆਪਾਂ ਗੱਲ ਦੇਸ਼ ਦੇ ਕਾਨੂੰਨ ਤੋਂ ਹੀ ਸ਼ੁਰੂ ਕਰੀਏ ਤੇ ਦੇਸ਼ ਦੇ ਕਾਨੂੰਨ ਦਾ ਸਰਵੋਤਮ ਕਾਨੂੰਨ ਹੈਗਾ ਭਾਰਤੀ ਸੰਵਿਧਾਨ। ਸੋ ਭਾਰਤੀ ਸੰਵਿਧਾਨ ਦੇ ਵਿੱਚ ਇਹ ਗੱਲ ਇਨਸ਼ੋਰ ਕੀਤੀ ਗਈ ਹੈ ਵੀ ਇਹ ਰੂਲ ਆਫ ਲਾ ਹੋਊਗਾ ਤੇ ਇਕੁਐਲਿਟੀ ਬਿਫੋਰ ਲਾ ਹੋਊਗਾ, ਕਾਨੂੰਨ ਸਾਹਮਣੇ ਸਮਾਨਤਾ ਹੋਊਗੀ। ਸੋ ਅਸੀਂ ਤਾਂ ਹਮੇਸ਼ਾ ਹੀ ਇਹੀ ਫਾਈਟ ਕਰਦੇ ਹਾਂ ਵੀ ਇਹ ਜਿਹੜੀ ਸਮਾਨਤਾ ਕਹੀ ਗਈ ਹੈ, ਲਿਖੀ ਗਈ ਆ, ਜਿਹਦਾ ਭਰੋਸਾ ਸਾਰੀ ਭਾਰਤ ਦੇ ਨਾਗਰਿਕਾਂ ਨੂੰ ਦਿੱਤਾ ਗਿਆ, ਉਹਨੂੰ ਲਾਗੂ ਵੀ ਕੀਤਾ ਜਾਵੇ। ਸੋ ਜਿਹੜੀ ਬੰਦੀ ਸਿੰਘਾਂ ਦਾ ਮਸਲਾ ਹੈਗਾ, ਇਹ ਵੀ ਕਾਨੂੰਨ ਸਾਹਮਣੇ ਸਮਾਨਤਾ ਦਾ ਹੀ ਇੱਕ ਪੈਮਾਨਾ ਤੈਅ ਕਰਨ ਦੀ ਲੋੜ ਆ ਵੀ ਇਹਨਾਂ ਬੰਦੀ ਸਿੰਘਾਂ ਨੂੰ 20-25-30 ਸਾਲ ਹੋ ਗਏ ਨੇ ਤੇ ਕੁਛ ਇਹੋ ਜਿਹੀਆਂ ਧਾਰਾਵਾਂ ਵਾਲੇ ਕਤਲ ਦੀਆਂ CBI ਅਦਾਲਤਾਂ ਦੀਆਂ ਧਾਰਾਵਾਂ ਵਾਲਿਆਂ ਨੂੰ 4-5 ਸਾਲ ਬਾਅਦ ਵੀ ਛੱਡ ਦਿੱਤਾ ਜਾਂਦਾ। ਸੋ ਫਿਰ ਕਾਨੂੰਨ ਸਾਹਮਣੇ ਸਮਾਨਤਾ ਨਾ ਹੋਈ। ਇਹਨਾਂ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਹੈਗਾ ਅਦਾਲਤੀ ਨਹੀਂ ਹੈਗਾ। ਹੁਣ ਅਦਾਲਤਾਂ ਨੇ ਆਪਣਾ ਜਿਹੜਾ ਕੰਮ ਸੀ ਉਹ ਪੂਰਾ ਕਰਤਾ। ਹੁਣ ਇਹ ਪੋਲੀਟੀਕਲ ਡਿਸੀਜਨ ਦੇ ਉੱਤੇ ਡਿਪੈਂਡ ਕਰਦਾ ਵੀ ਉਹ ਇਹਨਾਂ ਦਾ ਫੈਸਲਾ ਕਦੋਂ ਲੈਂਦੇ ਆ। ਮੰਝਪੁਰ ਜੀ, ਤੁਸੀਂ ਇਹਨੂੰ ਧਰਮ ਦੇ ਚਸ਼ਮੇ ਨਾਲ ਕਿਉਂ ਦੇਖਦੇ ਪਏ ਇਹਨਾਂ ਸਾਰੇ ਮਾਮਲਿਆਂ ਨੂੰ? ਵਜ੍ਹਾ ਕੀ ਹੈ? ਤੁਸੀਂ ਆਪ ਇੰਨੇ ਪੜ੍ਹੇ ਲਿਖੇ ਹੋ, ਸਿਆਣੇ ਹੋ, ਇੰਨੇ ਕੇਸ ਲੜ ਚੁੱਕੇ ਹੋ ਤੁਸੀਂ, ਜਦੋਂ ਇਹ ਮਸਲਾ ਉੱਠਦਾ ਉਦੋਂ ਧਰਮ ਦੇ ਚਸ਼ਮੇ ਨਾਲ ਦੇਖਿਆ ਜਾਂਦਾ ਹੈ, ਕਿਉਂ ਦੇਖਿਆ ਜਾ ਰਿਹਾ? ਇਹਨਾਂ ਜਿਹੜੇ ਬੰਦੀ ਸਿੰਘ ਰਹਿ ਗਏ ਆ ਜੇਲ੍ਹਾਂ ਦੇ ਵਿੱਚ, ਇਹ ਸਾਰੇ ਸਿੱਖ ਆ। ਫਿਰ ਮੈਂ ਧਰਮ ਦੇ ਚਸ਼ਮੇ ਨਾਲ ਦੇਖੂੰਗਾ। ਜੇ ਕਿਸੇ ਹੁਣ ਹਿੰਦੂ ਦੀ ਗੱਲ ਕਰੀਏ, ਜੇ ਆਪਾਂ ਕੋਈ ਹਿੰਦੂ ਦੱਸ ਦਿਓ ਜਿਹਨੇ 25-30 ਸਾਲ ਜੇਲ੍ਹ ਕੱਟੀ ਹੋਏ ਮਰਡਰ ਕੇਸ ਦੇ ਵਿੱਚ, ਜਾਂ ਮੁਸਲਮਾਨ ਆ ਜਾਂ ਸਿੱਖ ਆ। ਅਜਿਹਾ ਕਿਉਂ? UAP ਦੇ ਵਿੱਚ 90% ਤੋਂ ਵੱਧ ਜਿਹੜੇ ਆ ਉਹ ਸਿੱਖ ਆ। ਜਿਹੜੇ ਹਿੰਦੂ ਆ
ਉਹ ਬੇਲਾਂ ਦੇ ਉੱਤੇ ਆ ਤੇ ਸਿੱਖ ਆ ਜਾਂ ਮੁਸਲਮਾਨ ਉਹ ਜੇਲ੍ਹਾਂ ਦੇ ਵਿੱਚ ਆ। ਸੋ ਜਦੋਂ ਡਿਸਕ੍ਰਿਮੀਨੇਸ਼ਨ ਹੀ ਰਿਲੀਜਨ ਬੇਸ ਹੁੰਦੀ ਆ ਤਾਂ ਉਹਦੀ ਗੱਲ ਫਿਰ ਆਟੋਮੈਟਿਕਲੀ ਹੁੰਦੀ ਆ। ਮੰਝਪੁਰ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੇਲਾਂ ਤੇ ਜੇਲ੍ਹਾਂ ਵਾਲੀ ਗੱਲ, ਇਹ ਲਾਈਨ ਸੁਣਨ ਨੂੰ ਬੜੀ ਇਸ ਤਰ੍ਹਾਂ ਲੱਗਦੀ ਹੈ ਕਿ ਸਿੱਧਾ ਸਿੱਧਾ ਤੁਸੀਂ ਘੱਟ ਗਿਣਤੀ ਦੇ ਮੁੱਦੇ ਨੂੰ ਉਭਾਰਨਾ ਚਾਹ ਰਹੇ ਹੋ ਕਿ ਘੱਟ ਗਿਣਤੀ ਹੀ ਅਸੁਰੱਖਿਅਤ ਹੈ, ਬਾਕੀ ਸਭ ਸੁਰੱਖਿਅਤ ਹੈ। ਮੈਂ ਇਸ ਮਾਮਲੇ ਸਮਝਣਾ ਚਾਹੁੰਦਾ, ਉਸ ਤੋਂ ਬਾਅਦ ਮੈਂ ਬਾਈ ਨੇਮ ਵੀ ਤੁਹਾਡੇ ਤੋਂ ਸਵਾਲ ਲੈਣੇ ਆ। ਮੰਝਪੁਰ ਜੀ ਦੇਖੋ, ਉਹਦੇ ਚ ਘੱਟ ਗਿਣਤੀ ਦਾ ਅਸੁਰੱਖਿਅਤ ਹੈ ਵੀ ਹੈ ਤੇ ਬਹੁ ਗਿਣਤੀ ਦਾ ਜਿਹੜੇ ਥੱਲੇ ਅਲੀਟ ਕਲਾਸ ਆ, ਸਿਰਫ ਮੈਂ ਸਮਝਦਾ ਉਹੀ ਸੁਰੱਖਿਅਤ ਹੈ। ਇੱਥੇ ਜਿਹੜੇ ਵੱਡੇ ਲੋਕ ਆ ਜਾਂ ਵੱਡੇ ਅਹੁਦੇ ਵਾਲੇ ਆ ਜਾਂ ਵੱਡੇ ਨਾਮਾਂ ਵਾਲੇ ਨੇ, ਬਾਈ ਨੇਮ ਜੇ ਮੈਂ ਗੱਲ ਕਰੀਏ, ਸੁਮੇਧ ਸੈਣੀ 302 364 ਦੇ ਵਿੱਚ ਚਾਰਜ ਸ਼ੀਟ ਹੁੰਦਾ ਤੇ ਉਹਨੂੰ ਐਂਟੀਸਪੇਟਰੀ ਬੇਲ ਮਿਲ ਜਾਂਦੀ ਆ। ਮੈਨੂੰ ਕੋਈ ਹੋਰ ਬੰਦਾ ਦੱਸ ਦਿਓ ਜਿਹਨੂੰ ਕਿਸੇ ਨੂੰ 302 ਦੇ ਵਿੱਚ ਜਿਹਦੇ ਖਿਲਾਫ 164 ਦੇ ਵਿਟਨੈਸ ਵੀ ਰਿਕਾਰਡ ਹੋਈ ਹੋਵੇ, ਉਹਨੂੰ ਬਾਰ-ਬਾਰ ਜ਼ਮਾਨਤ ਮਿਲੀ ਹੋ। ਇੱਕ ਅਦਾਲਤ ਦੇ ਦਿਓ ਕੋਈ ਆਮ ਬੰਦੇ ਦੀ। ਆਮ ਬੰਦੇ ਦੀ ਤਾਂ ਹਾਈ ਕੋਰਟ, ਸੁਪਰੀਮ ਕੋਰਟ, ਈਵਨ ਸੈਸ਼ਨ ਕੋਰਟ ਉਹਦੀ ਫਾਈਲ ਚੁੱਕ ਕੇ ਪਰੇ ਸਿੱਟ ਦਿੰਦੇ ਵੀ ਹੈ ਕਤਲ ਦੇ ਕੇਸ ਦੇ ਵਿੱਚ ਬਾਰ-ਬਾਰ ਜ਼ਮਾਨਤ ਭਾਲਦਾ, ਚੱਲ ਸਰੈਂਡਰ ਕਰ ਜਾ ਕੇ। ਸੋ ਸੁਮੇਧ ਸੈਣੀ ਨੂੰ ਆਪ ਸੱਦ ਕੇ ਜ਼ਮਾਨਤ। ਸੋ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਸਿਸਟਮ ਸਟੇਟ ਦਿੰਦਾ ਆ ਤੇ ਉਹ ਫਿਰ ਡਿਸਕ੍ਰਿਮੀਨੇਸ਼ਨ ਦੇ ਆਧਾਰ ਤੇ ਉਹਦੇ ਜਿਹੜੇ ਹੱਲ ਵੀ ਨਿਕਲਣੇ ਚਾਹੀਦੇ ਆ। ਸੋ ਉਹਦੀ ਆਵਾਜ਼ ਵੀ ਉਸੇ ਹਿਸਾਬ ਨਾਲ ਬੁਲੰਦ ਹੋਊਗੀ। ਠੀਕ ਹੈ, ਤੁਸੀਂ ਜਿਹੜੀ ਜ਼ਿਰਾ ਕਰਦੇ ਹੋ, ਅਦਾਲਤਾਂ ਦੇ ਵਿੱਚ ਜਾਂਦੇ ਹੋ, ਤੁਸੀਂ ਸਾਰੀਆਂ ਕੋਰਟਾਂ ਦੇ ਵਿੱਚ ਤਕਰੀਬਨ ਤਰੀਕਾਂ ਭੁਗਤ ਚੁੱਕੇ ਹੋ ਅਲੱਗ-ਅਲੱਗ ਆਪਦੇ ਮੁਵੱਕਲ ਦੇ ਮਾਮਲੇ ਦੇ ਵਿੱਚ। ਮੰਝਪੁਰ ਜੀ, ਉੱਥੇ ਤੁਸੀਂ ਇਹ ਦਲੀਲਾਂ ਨਹੀਂ ਦਿੰਦੇ ਹੈਗੇ ਜਿਹੜੀਆਂ ਦਲੀਲਾਂ ਇੱਥੇ ਤੁਸੀਂ ਦੱਸ ਰਹੇ ਹੋ ਕਿ ਘੱਟ ਗਿਣਤੀ ਦਾ ਮਾਮਲਾ ਹੈ ਜੀ, ਮੈਂ ਧਰਮ ਦੇ ਚਸ਼ਮੇ ਨਾਲ ਦੇਖੂੰਗਾ, ਉੱਥੇ ਅਦਾਲਤਾਂ ਅੱਗੇ ਨਹੀਂ ਬੋਲਦੇ ਸਰ ਤੁਸੀਂ? ਦੇਖੋ, ਅਸੀਂ ਨਹੀਂ ਉਹਦਾ ਮਸਲਾ ਬਣਾਉਂਦੇ, ਸਟੇਟ ਬਣਾਉਂਦੀ ਆ, ਪੁਲਿਸ ਬਣਾਉਂਦੀ ਆ, ਜਾਂ NIA ਜਾਂ ਇਨਵੈਸਟੀਗੇਸ਼ਨ ਏਜੰਸੀ ਬਣਾਉਂਦੀ ਆ। ਸੋ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਵੀ ਇਹਨੂੰ ਜੇ ਕੋਈ ਦਾ ਮਰਡਰ ਹੋਇਆ ਉਹ ਵਿਕਟਮ ਆ, ਇੱਕ ਅਸੀਲੈਂਟ ਆ। ਸੋ ਇਹਨੂੰ ਇਹ ਨਾ ਦੇਖਿਆ ਜਾਵੇ ਵੀ ਕਿਹਨੇ ਕਿਹਨੂੰ ਮਾਰਿਆ, ਪਰ ਇਹ ਦੇਖਿਆ ਜਾਂਦਾ। ਇਨਵੈਸਟੀਗੇਸ਼ਨ ਏਜੰਸੀਆਂ ਵੀ ਇਹ ਦੇਖਦੀਆਂ ਵੀ ਮਰਨ ਵਾਲਾ ਕੌਣ ਸੀ ਤੇ ਮਾਰਨ ਵਾਲਾ ਕੌਣ ਸੀ। ਉਹਦੇ ਹਿਸਾਬ ਦੇ ਨਾਲ ਫਿਰ ਅਦਾਲਤਾਂ ਤੇ ਸਿਆਸੀ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। ਸੋ ਜਦੋਂ ਸਿਸਟਮ ਹੀ ਉਸ ਪਾਸੇ ਨੂੰ ਪ੍ਰੇਰਿਤ ਕਰਦਾ ਆ ਕ੍ਰਾਈਮ ਨੂੰ ਦੇਖਣ 'ਚ ਵੀ ਇਹ ਮਰਿਆ ਕੌਣ ਆ ਤੇ ਮਾਰਿਆ ਕੌਣ ਆ, ਮਾਰਿਆ ਕਿਹਨੇ ਆ, ਕਿਹੜੇ ਧਰਮ ਵਾਲਾ ਮਰਿਆ, ਕਿਹੜੇ ਧਰਮ ਵਾਲੇ ਨੇ ਮਾਰਿਆ। ਸੋ ਸਾਨੂੰ ਵੀ ਫਿਰ ਉਸ ਹਿਸਾਬ ਦੇ ਨਾਲ ਜਿਹੜੀ ਆ ਡੀਲਿੰਗ ਕਰਨੀ ਪੈਂਦੀ ਆ। ਅਸੀਂ ਚਾਹੁੰਦੇ ਨਹੀਂ, ਪਰ ਸਾਨੂੰ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਇਹ ਗੱਲ ਕਰੋ। ਹਾਂ, ਤੁਸੀਂ ਬੜੇ ਦੁਬਿਧਾ 'ਚ ਮੈਨੂੰ ਪਾਤਾ ਇਹ ਜੇ ਸਵਾਲ ਖੜੇ ਕਰਕੇ। ਮੰਝਪੁਰ ਜੀ ਫਿਰ ਲੋਕ ਇਹ ਵੀ ਸਵਾਲ ਕਰਨਗੇ, ਜਸਪਾਲ ਸਿੰਘ ਮੰਝਪੁਰਾ ਨੂੰ ਕੀ ਜ਼ਰੂਰਤ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਹੱਥ ਪਾਇਆ ਜਾਵੇ? ਕੀ ਤੁਹਾਡਾ ਕੋਈ ਨਿੱਜੀ ਫਾਇਦਾ? ਕੀ ਸੋਚਦੇ ਆ ਲੋਕਾਂ ਨੂੰ? ਕੀ ਜਵਾਬ ਦੋਗੇ? ਮੰਝਪੁਰਾ ਨੇ ਕਰਨਾ ਕੀ ਹੈ? ਉਹਨਾਂ ਦਾ ਫਿਊਚਰ ਕੀ ਹੈ, ਪਲਾਨ ਕੀ ਹੈ? ਮੈਂ ਜਵਾਬ ਦੇ ਆਪਣੇ ਕਲਾਇੰਟ ਨੂੰ ਆ। ਅਸੀਂ ਚਾਹੁੰਦੇ ਆ ਵੀ ਰੂਲ ਆਫ ਲਾਅ ਲਾਗੂ ਹੋਵੇ। ਜਿਹੜਾ ਕੁਝ ਪਾਰਲੀਮੈਂਟ ਨੇ ਇੱਥੋਂ ਦੇ ਲੋਕਾਂ ਨੇ ਸੰਵਿਧਾਨ ਬਣਾਇਆ ਉਹ ਲਾਗੂ ਹੋਵੇ। ਜੇ ਨਹੀਂ ਲਾਗੂ ਹੋਊਗਾ ਤੇ ਫਿਰ ਅਰਾਜਕਤਾ ਪਊਗੀ। ਜਾਂ ਉਹਦੇ ਵਿੱਚ ਤੁਸੀਂ, ਮੈਂ ਤਾਂ ਕਈ ਵਾਰ, ਹੁਣ ਤੁਸੀਂ ਕਹਿੰਦੇ ਕੋਰਟ ਦੇ ਵਿੱਚ ਕਹਿੰਦੇ, ਮੈਂ ਕਈ ਵਾਰ ਕੋਰਟ ਦੇ ਵਿੱਚ ਕਹਿ ਚੁੱਕਿਆ ਵੀ ਜੱਜ ਸਾਹਿਬ ਜੇ ਇਹਨਾਂ ਲੋਕਾਂ ਨੂੰ ਕੋਈ ਇਨਸਾਫ ਨਹੀਂ ਦੇਣਾ ਤਾਂ ਫਿਰ ਤੁਸੀਂ ਪਾਰਲੀਮੈਂਟ 'ਚ ਮਤਾ ਹੀ ਪਾਸ ਕਰ ਲਓ ਵੀ ਜਿਹੜੀਆਂ ਇਹਨਾਂ ਨੇ ਟੈਰਰ ਐਕਟਾਂ ਦੇ ਵਿੱਚ ਬੰਦੇ ਫੜੇ ਇਹ ਨਾ ਵਕੀਲ ਕਰ ਸਕਦੇ ਆ ਤੇ ਨਾ ਇਹਨਾਂ ਦਾ ਅਦਾਲਤਾਂ ਦੇ ਵਿੱਚ ਸਮਾਂ ਖਰਾਬ ਹੋਊਗਾ। ਇਹਨਾਂ ਨੂੰ ਫੜੋ ਤੇ ਫਾਈਲ ਲਾ ਦਿਓ, ਫਿਰ ਤੁਸੀਂ ਵੀ ਵਿਹਲੇ, ਮੈਂ ਵੀ ਵਿਹਲਾ। ਸੋ ਜੋ ਸਿਸਟਮ ਬਣਿਆ, ਅਸੀਂ ਤਾਂ ਜਿਹੜੀ ਵਕਾਲਤ ਸਾਡੀ ਹੈਗੀ ਆ ਵਿਦਨ ਸਿਸਟਮ ਤੇ ਵਿਦਨ ਜਿਹੜਾ ਫਰੇਮਵਰਕ ਉਹ ਹੀ ਆ, ਅਸੀਂ ਤਾਂ ਉਹ ਇੰਪਲੀਮੈਂਟ ਕਰਾਉਣ ਦੇ ਵਾਸਤੇ ਜਿਹੜੀ ਆ ਲੜਾਈ ਲੜ ਰਹੇ ਆ। ਉਹਦੇ 'ਚ ਕੋਈ ਵੀ ਅੱਗੇ ਆਵੇ, ਕੋਈ ਮੁਸਲਮਾਨ ਪੀੜਤ ਹੋਵੇ, ਕੋਈ ਹਿੰਦੂ ਪੀੜਤ ਹੋਵੇ, ਕੋਈ ਸਿੱਖ ਪੀੜਤ ਹੋਵੇ। ਇਹ ਕੋਈ ਬਹੁ ਗਿਣਤੀ ਪੰਜਾਬ 'ਚ ਸਿੱਖਾਂ ਦੀ, ਇਸ ਕਰਕੇ ਉਹ ਕੇਸ ਜ਼ਿਆਦਾ ਉਹਦੇ ਕੋਲ ਨਹੀਂ ਤੇ ਮੇਰੇ ਕੋਲ ਕੇਸ ਇਹੋ ਜਿਹੇ ਕੇਸਾਂ ਦੇ ਮੁਸਲਮਾਨ ਕਸ਼ਮੀਰੀ ਮੁੰਡੇ ਵੀ ਹੈਗੇ ਆ, ਹਿੰਦੂ ਵੀ ਹੈਗੇ ਈਵਨ। ਸੋ ਲੜਾਈ ਕਾਨੂੰਨ ਨੂੰ ਲਾਗੂ ਕਰਾਉਣ ਦੀ ਹੈਗੀ, ਜਿਹੜੀ ਡਿਊਟੀ ਸਾਰਿਆਂ ਦੀ ਹੈਗੀ ਆ ਵੀ ਕਾਨੂੰਨ ਦੇ ਸਾਹਮਣੇ ਸਮਾਨਤਾ ਬਣੇ। ਮੰਝਪੁਰ ਜੀ, ਵੈਸੇ ਇਹ ਸਵਾਲ ਤੁਹਾਨੂੰ ਅਜੀਬ ਵੀ ਲੱਗੂਗਾ ਪਰ ਇਹ ਸਵਾਲ ਚਰਚਾ ਵਿੱਚ ਆ ਜਾਂਦਾ। ਇਹ ਸਵਾਲ ਹੁੰਦਾ ਕਿ ਮੰਝਪੁਰ ਹਰਾਂ ਨੂੰ ਕਿਹੜੀ ਫੰਡਿੰਗ ਹੋ ਰਹੀ ਹੈ ਜਿਹਦੇ ਕਰਕੇ ਉਹ ਕੇਸ ਲੜਦੇ ਆ? ਮੰਝਪੁਰ ਹਰੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਪਿਆ ਜਾਂ ਸਿਰਫ ਉਹਨਾਂ ਨੇ ਫੰਡ ਇਕੱਠੇ ਕਰਨੇ ਆ? ਇਹ ਸਵਾਲ ਤੁਹਾਨੂੰ ਤਕਲੀਫ ਦਊਗਾ ਮੰਝਪੁਰ ਜੀ? ਵੈਸੇ ਨਹੀਂ, ਤਕਲੀਫ ਨਹੀਂ ਦਊਗਾ। ਦੇਖੋ, ਕੇਸ ਲੜਨਾ ਸਾਨੂੰ ਵੀ ਢਿੱਡ ਲੱਗਾ, ਰੋਟੀ ਖਾਣੀ ਹੈ, ਪਰ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਨਾ। ਸੋ ਸੰਸਥਾਵਾਂ ਹੈਗੀਆਂ ਜਿਹੜੀਆਂ ਬਾਹਰੋਂ ਇਹੋ ਜਿਹੇ ਕੇਸਾਂ ਦੇ ਵਾਸਤੇ ਫਾਈਨੈਂਸ ਦਿੰਦੀਆਂ, ਉਹ ਮੈਨੂੰ ਨਹੀਂ ਦਿੰਦੀਆਂ, ਉਹ ਬਹੁਤ ਸਾਰੇ ਲੋਕਾਂ ਨੂੰ, ਵਕੀਲਾਂ ਨੂੰ, ਹਾਈ ਕੋਰਟ, ਸੁਪਰੀਮ ਕੋਰਟ ਤੱਕ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦਿੰਦੀ ਆ। ਸੋ ਵਕੀਲ ਜਿਹੜੇ ਹਾਈ ਕੋਰਟ, ਸੁਪਰੀਮ ਕੋਰਟ ਅਸੀਂ ਅੱਗੇ ਕਰੀਦੇ ਆ, ਉਹਨਾਂ ਦੇ ਮੁਤਾਬਕ ਉਹਨਾਂ ਨੂੰ ਫੀਸ ਦੇਈਦੀ ਆ। ਸਾਡੀ ਵੀ ਰੋਜੀ ਰੋਟੀ ਹੈਗੀ ਆ। ਇਹ ਕੇਸਾਂ ਦੇ ਸਿਰ ਤੇ ਵੀ ਦੂਸਰੇ ਕੇਸ ਵੀ ਹੈਗੇ ਆ। ਚਲੋ,
ਸੋ ਇੱਕ ਪ੍ਰੋਫੈਸ਼ਨਲ ਹੈ, ਪ੍ਰੋਫੈਸ਼ਨ ਪ੍ਰਤੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ, ਜੋ ਡਿਊਟੀ ਆ ਉਹ ਨਿਭਾ ਰਹੇ ਆ ਵੀ ਕਾਨੂੰਨ ਸਾਹਮਣੇ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਜਿਹੜਾ ਉਹ ਮਿਲੇ। ਚਲੋ ਤੁਸੀਂ ਮੰਜਪੁਰ ਜੀ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹੋ। ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਮੈਂ ਬਾਈ ਨੇਮ ਵੀ ਇਹਨਾਂ ਨੂੰ ਸਵਾਲ ਕਰਨੇ ਹੈਗੇ ਆ। ਬਹੁਤ ਇਹੋ ਜਿਹੇ ਮਾਮਲੇ ਹੈਗੇ ਆ ਜਿਹੜੇ ਕੱਲੇ ਨਾਮ ਦੇ ਨਾਲ ਜਾਣੇ ਜਾ ਰਹੇ ਆ ਪੰਜਾਬ ਦੇ ਵਿੱਚ। ਪੰਜਾਬ ਦੀ ਸਿਆਸਤ ਇਹਨਾਂ ਮਾਮਲਿਆਂ ਤੇ ਕੀ ਰੁਖ ਅਖਤਿਆਰ ਕਰ ਰਹੀ ਹੈ? ਕਿਉਂਕਿ ਕਾਨੂੰਨ ਕਹਿੰਦੇ ਆਪਦਾ ਕੰਮ ਕਰ ਚੁੱਕਿਆ ਤੇ ਹੁਣ ਸਿਆਸਤ ਨੇ ਕਰਨਾ। ਸਿਆਸਤ ਦਾ ਕਿਤੇ ਕੋਈ ਜਿਹੜਾ ਘੱਟ ਗਿਣਤੀਆਂ ਵਾਲਾ ਮਸਲਾ ਮਿਸਟਰ ਮੰਜਪੁਰ ਚੱਕ ਰਹੇ ਆ, ਉਹਦੇ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਹੈਗਾ? ਕੀ ਵੋਟ ਬੈਂਕ ਨੂੰ ਦੇਖਿਆ ਤਾਂ ਨਹੀਂ ਜਾ ਰਿਹਾ? ਸਵਾਲ ਇਹ ਵੀ ਹੈ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਜਸਪਾਲ ਸਿੰਘ ਹਰੀ ਸਾਡੇ ਨਾਲ ਹੈਗੇ। ਜਸਪਾਲ ਸਿੰਘ ਜੀ, ਤੁਹਾਡੀਆਂ ਹੀ ਤਿਆਰ ਕੀਤੀਆਂ ਹੋਈਆਂ ਸੂਚੀਆਂ ਮੇਰੇ ਕੋਲ ਪਈਆਂ। ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਬਹੁਤ ਨਾਮ ਹੈ, ਪਰਮਜੀਤ ਸਿੰਘ ਭਿਓਰਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਇੱਕ ਹੋਰ ਜਗਤਾਰ ਸਿੰਘ ਹੈ। ਬਹੁਤ ਲੰਬੀ ਸੂਚੀ ਹੈ ਇਹ। ਕਿੰਨੇ ਕੇਸ ਹੈ ਟੋਟਲ ਇਹੋ ਜਿਹੇ ਤੁਹਾਡੇ ਕੋਲੇ ਜਸਪਾਲ ਸਿੰਘ ਜੀ? ਨਹੀਂ, ਜਿਹੜੇ ਇਹ ਸੂਚੀ ਹੈਗੀ ਜਿਹੜੇ 20 ਉਮਰ ਕੈਦੀ ਆ। ਸੋ ਤਿੰਨ ਤਰ੍ਹਾਂ ਦੇ ਬੰਦੀ ਹੁੰਦੇ ਆ। ਇੱਕ ਤਾਂ ਅੰਡਰ ਟ੍ਰਾਇਲ ਆ ਜਿਨ੍ਹਾਂ ਦੇ ਕੇਸ ਪੈਂਡਿੰਗ ਆ। ਇੱਕ ਹੈਗੇ ਜਿਨ੍ਹਾਂ ਨੂੰ ਕੋਈ ਨਿਸ਼ਚਿਤ ਉਹਨਾਂ ਨੂੰ ਹੋ ਸਕਦਾ ਵੀ ਕੋਰਟ ਹੀ ਬਰੀ ਕਰ ਦੇਵੇ, ਜ਼ਮਾਨਤ ਦੇ ਦੇਵੇ। ਦੂਜੇ ਹੈਗੇ ਜਿਨ੍ਹਾਂ ਨੂੰ ਕੋਈ ਨਿਸ਼ਚਿਤ ਸਜ਼ਾ ਹੋਈ, 5 ਸਾਲ 10 ਸਾਲ ਹੋ ਗਈ, ਉਹ ਤਾਂ ਜਿੱਦਣ ਉਹਨਾਂ ਦੀ ਸਜ਼ਾ ਪੂਰੀ ਹੋਣੀ ਆ ਸੁਪਰਡੈਂਟ ਜੇਲ੍ਹ ਨਹੀਂ ਛੱਡ ਦੇਣਾ, ਉਹ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਤੀਸਰੇ ਹੈਗੇ ਜਿਹੜੇ ਇਹ ਹੈਗੇ ਆ ਬੰਦੀ ਉਮਰ ਕੈਦੀ ਜਿਹੜੇ ਹੈਗੇ ਆ, ਇਹਨਾਂ ਨੂੰ ਜਿਹੜਾ ਸਜ਼ਾ ਹੋ ਗਈ ਆ ਤੇ ਇਹਨਾਂ ਨੂੰ ਰਿਹਾ ਕਰਨ ਦਾ ਜਿਹੜਾ ਉਹ ਫੈਸਲਾ ਆ ਉਹ ਪੋਲੀਟੀਕਲ ਡਿਸੀਜਨ ਆ। ਉਹ ਆਰਟੀਕਲ 72 ਜਿਹੜਾ ਕਨਸਟੀਟਿਊਸ਼ਨ ਦਾ ਉਹਦੇ ਤਹਿਤ ਪ੍ਰੈਜ਼ੀਡੈਂਟ ਆਫ ਇੰਡੀਆ ਲੈ ਸਕਦਾ। ਸਾਰੇ ਇੰਡੀਆ ਦੇ ਵਿੱਚ ਕਿਸੇ ਦੀ ਵੀ ਸਜ਼ਾ ਮਾਫ ਕਰ ਸਕਦਾ ਪ੍ਰੈਜ਼ੀਡੈਂਟ, ਕਿਸੇ ਦੀ ਵੀ ਸਜ਼ਾ ਘਟਾ ਸਕਦਾ। 161 ਆਰਟੀਕਲ ਦੇ ਉਸ ਸੰਬੰਧਿਤ ਸਟੇਟ ਦਾ ਗਵਰਨਰ ਜਾਂ ਯੂਟੀ ਦਾ ਜਿਹੜਾ ਲੈਫਟੀਨੈਂਟ ਗਵਰਨਰ ਉਹ ਕਰ ਸਕਦਾ ਹੈਗਾ। ਪਰ ਉਹਨਾਂ ਨੇ ਕਰਨਾ ਰਾਸ਼ਟਰਪਤੀ ਨੇ ਤੇ ਉਹਨੇ ਸੰਬੰਧਿਤ ਹੋਮ ਮਿਨਿਸਟਰੀ ਨਾਲ ਕੰਸਲਟੈਂਸੀ ਨਾਲ ਹੀ ਆ। ਤੇ ਹਰੇਕ ਐਗਜ਼ੈਕਟਿਵ ਸਰਕਾਰ ਜਿਹੜੀ ਹੈਗੀ ਆ ਉਹ 432 433 CRPC ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਐਡਮਿਸ਼ਨ ਜਾਂ ਸਪੈਸ਼ਲ ਮਿਸ਼ਨ ਦੇ ਸਕਦੀ ਆ। ਸੋ ਇਹ ਜਿਹੜੇ 20 ਆਏ ਉਮਰ ਕੈਦੀ ਬੰਦੀ ਸਿੰਘ ਆ, ਇਹਨਾਂ 'ਚ 5-6 ਸਾਲ ਤੋਂ ਲੈ ਕੇ ਤੇ 31 ਸਾਲ ਤੱਕ ਜਿਨ੍ਹਾਂ ਨੇ ਉਮਰ ਕੈਦ ਦੀ ਸਜ਼ਾ ਕੱਟੀ ਆ ਉਹ ਇਹ ਸੂਚੀਬੱਧ ਹੈਗੇ ਇਹਦੇ 'ਚ। ਜਿਹੜੇ ਤੁਸੀਂ 20 ਜਣਾਂ ਦਾ ਜ਼ਿਕਰ ਕਰ ਰਹੇ ਹੋ, ਮੇਰੇ ਕੋਲ ਇਹ ਸਾਰੀ ਸੂਚੀ ਪਈ ਹੈ ਮੰਜਪੁਰ ਜੀ। ਇਹਨਾਂ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਅੜਿੱਕਾ ਕੀ ਹੈ? ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਅੜਿੱਕਾ ਕੇਜਰੀਵਾਲ ਸਰਕਾਰ ਦਾ ਸੈਂਟੈਂਸ ਰਿਵਿਊ ਬੋਰਡ ਆ, ਜਿਹਦੇ ਕੀ ਚੇਅਰਮੈਨ ਮੁੱਖ ਮੰਤਰੀ ਹੁੰਦਾ ਜਾਂ ਹੁਣ ਜਿਹੜਾ ਕੱਲ ਪਤਾ ਲੱਗਿਆ ਉਹਦੇ 'ਚ ਆ ਵੀ ਉਹਨਾਂ ਨੇ ਹੋਮ ਮਿਨਿਸਟਰ ਸਤਿੰਦਰ ਜੈਨ ਨੂੰ ਇਹਦਾ ਚੇਅਰਪਰਸਨ ਬਣਾਇਆ। ਸੋ ਅਲਟੀਮੇਟਲੀ ਦਿੱਲੀ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਦੇ ਰਾਹੀਂ ਭੁੱਲਰ ਸਾਹਿਬ ਦੀ ਜਿਹੜੀ ਆ ਰਿਹਾਈ ਰਿਕਮੈਂਡ ਕਰਨੀ ਹੈ। ਇਹੀ ਅੜਿੱਕਾ, ਹੋਰ ਕੋਈ ਅੜਿੱਕਾ ਨਹੀਂ। ਸਾਰੇ ਅੜਿੱਕੇ ਸੀਗੇ ਜਿਹੜੇ ਪਹਿਲਾਂ ਉਹ ਸਾਰੇ ਖਤਮ ਹੋ ਚੁੱਕੇ ਆ। ਇਹ ਸਾਰਾ ਪੋਲੀਟੀਕਲ ਡਿਸੀਜਨ ਹੋਣਾ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਕਿਉਂਕਿ ਮੈਂ ਜਿਹੜੀ ਮੀਟਿੰਗ ਤੁਸੀਂ ਗੱਲ ਕਰਦੇ ਹੋ, ਜਿਹੜੀ ਕਮੇਟੀ ਤੁਸੀਂ ਗੱਲ ਕਰਦੇ ਹੋ, ਜਿਹੜੀ ਚੇਅਰਮੈਨ ਤੁਸੀਂ ਗੱਲ ਕਰਦੇ ਹੋ, ਮੈਂ ਉਹਦਾ ਪੜ੍ਹ ਰਿਹਾ ਸੀਗਾ ਜਿਹੜਾ ਉਹਨਾਂ ਦਾ ਚਿੱਠੀ ਪੱਤਰੀ ਹੈ ਉਹਨਾਂ ਦੀ, ਉਹਦੇ ਵਿੱਚ ਕੀ ਉਹਨਾਂ ਨੇ ਵਜ੍ਹਾ ਕੀ ਦੱਸੀ ਹੈ? ਜਿਹੜੀ ਕੱਲ ਉੱਥੇ ਦਿੱਲੀ ਵਾਲੇ ਕੁਝ ਨੌਜਵਾਨਾਂ ਨੇ ਸੰਸਥਾ ਨੇ ਬੰਦੀ ਸਿੰਘ ਰਿਹਾਈ ਮੋਰਚੇ ਨੇ ਉਹ ਚਿੱਠੀ ਜਾਰੀ ਕੀਤੀ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦਸਾਈ ਗਈ ਆ 11 ਦਸੰਬਰ 2020 ਨੂੰ, ਭੁੱਲਰ ਸਾਹਿਬ ਦੇ ਸਬੰਧ ਦੇ ਵਿੱਚ ਉਹਦੇ 'ਚ ਮੈਟਰ ਡਿਸਕਸ ਨਹੀਂ ਸੀ ਹੋ ਸਕਦਾ ਕਿਉਂਕਿ ਆਲਰੇਡੀ 17 ਦਸੰਬਰ 2019 ਨੂੰ ਆਨਰੇਬਲ ਸੁਪਰੀਮ ਕੋਰਟ ਨੇ ਸਟੇਟਸ ਕੋ ਕੀਤਾ ਹੋਇਆ ਸੀ। ਭੁੱਲਰ ਸਾਹਿਬ ਦੀ ਰਿਹਾਈ ਦਾ ਜਿਹੜਾ ਪ੍ਰੋਸੈਸ ਆ ਉਹਦੇ ਤੇ ਸਟੇਟਸ ਕੋ ਸੀ, ਸਟੇ ਲੱਗਾ ਹੋਇਆ ਸੀ। ਸੋ ਕੇਜਰੀਵਾਲ ਸਰਕਾਰ ਨੇ ਇਹ ਬਹੁਤ ਗਲਤ ਇੱਕ ਡਿਫੈਕਟਡ ਆਰਡਰ ਜਿਹੜਾ ਪਾਸ ਕੀਤਾ। ਹੋ ਸਕਦਾ ਇਸੇ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ। ਇਹਦੀ ਇੰਟੀਮੇਸ਼ਨ ਭੁੱਲਰ ਸਾਹਿਬ ਨੂੰ ਜਾਂ ਉਹਦੀ ਫੈਮਿਲੀ ਨੂੰ ਜਾਂ ਲੀਗਲ ਟੀਮ ਨੂੰ ਕਿਸੇ ਨੂੰ ਨਹੀਂ ਦਿੱਤੀ ਗਈ ਕਿਉਂਕਿ ਜੇ ਸਾਡੇ ਧਿਆਨ 'ਚ ਉਦੋਂ ਇਹ ਗੱਲ ਆਉਂਦੀ ਵੀ 2020 ਦੇ ਵਿੱਚ ਭੁੱਲਰ ਸਾਹਿਬ ਦਾ ਜਿਹੜਾ ਫੈਸਲਾ ਰਿਹਾਈ ਦਾ ਰਿਜੈਕਟ ਕੀਤਾ ਤਾਂ ਅਸੀਂ ਅਲਟੀਮੇਟਲੀ ਉਸ ਟਾਈਮ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਮਨਿੰਦਰਜੀਤ ਬਿੱਟੇ ਦੀ ਪਟੀਸ਼ਨ ਪੈਂਡਿੰਗ ਸੀ, ਅਸੀਂ ਉਹਦੇ ਵਿੱਚ ਉਹ ਕੰਟੈਂਪਟ ਆਫ ਕੋਰਟ ਬਣਨਾ ਸੀਗਾ। ਦਿੱਲੀ ਸਰਕਾਰ ਨੇ ਉਸ ਦੇ ਵਿੱਚ ਪਾਰਟੀ ਬਣਨਾ ਸੀ, ਕੰਟੈਂਪਟ ਆਫ ਕੋਰਟ ਦਾ ਉਹਨਾਂ ਦੇ ਐਲੀਗੇਸ਼ਨ ਲੱਗ ਸਕਦਾ ਸੀਗਾ। ਇਸੇ ਕਰਕੇ ਉਹਨਾਂ ਨੇ ਇਹ ਗੱਲ ਬਾਹਰ ਨਹੀਂ ਲਿਆਂਦੀ। ਸੋ ਇਹ ਮੇਨ ਤਾਂ ਕਿਉਂਕਿ CBI ਦਾ ਟਾਟਾ ਦਾ ਕੇਸ ਹੋਣ ਕਰਕੇ ਸੈਂਟਰ ਗਵਰਨਮੈਂਟ ਦੀ ਕੰਕਰੈਂਸ ਚਾਹੀਦੀ ਸੀ, ਉਹ ਤਾਂ ਸੈਂਟਰ ਗਵਰਨਮੈਂਟ ਨੇ 2019 550 ਸਾਲਾਂ ਦੇ ਪਹਿਲਾਂ ਹੀ ਦੇ ਦਿੱਤੀ। ਉਹਨਾਂ ਨੇ ਕੰਕਰੈਂਸ ਦੇ ਕੇ ਹੀ ਭੇਜਿਆ ਦਿੱਲੀ ਸਰਕਾਰ ਨੂੰ। ਸੋ ਦਿੱਲੀ ਸਰਕਾਰ ਨੂੰ ਭੇਜਣ ਦੇ ਦਰਮਿਆਨ ਇਨ ਬਿਟਵੀਨ ਮਿੰਦਰਜੀਤ ਸਿੰਘ ਬਿੱਟਾ ਨੇ ਉਹ ਜਿਹੜਾ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦਾ ਸੀ ਉਹ ਚੈਲੰਜ ਕਰਤਾ ਤੇ ਸੁਪਰੀਮ ਕੋਰਟ ਨੇ ਸਟੇਟਸ ਕੋ ਕਰਤਾ। ਸੋ ਉਹ ਸਾਰਾ ਪ੍ਰੋਸੈਸ ਜਿਹੜਾ ਸੀ ਉਹ ਟੁੱਟ ਕੇ 9 ਦਸੰਬਰ 2021 ਨੂੰ
ਸੁਪਰੀਮ ਕੋਰਟ ਨੇ ਮਨਿੰਦਰਜੀਤ ਸਿੰਘ ਬਿੱਟੇ ਦੀ ਜਿਹੜੀ ਆ ਰਿਟ ਪਟੀਸ਼ਨ ਖਾਰਜ ਕਰਤੀ। ਸੋ ਜਦੋਂ ਖਾਰਜ ਹੋ ਗਈ ਉਸ ਤੋਂ ਅਸੀਂ ਫਿਰ ਇਹ ਮੁੱਦਾ ਜਿਹੜਾ ਚੁੱਕਿਆ ਵੀ ਹੁਣ ਕਿਉਂਕਿ ਪੰਜਾਬ ਸਰਕਾਰ ਨੇ ਵੀ ਪਹਿਲਾਂ ਰਿਕਮੈਂਡ ਕੀਤਾ, ਉਹਨਾਂ ਦੀ ਸੁਪਰਡੈਂਟ ਦੀ ਰਿਪੋਰਟ, ਉਹਨਾਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਭੁੱਲਰ ਸਾਹਿਬ ਦੀ ਫੇਵਰ ਕਰਦੀ ਆ ਉਹਨਾਂ ਦੀ ਰਿਲੀਜ਼ ਵਾਸਤੇ। ਸੋ ਸਿਰ ਅੜਚਨ ਸੁਪਰੀਮ ਕੋਰਟ ਦਾ ਸਟੇ ਸੀ ਜਿਹੜਾ 17 ਦਸੰਬਰ 2019 ਤੋਂ ਲੈ ਕੇ 9 ਦਸੰਬਰ 2021 ਤੱਕ ਲੱਗਾ ਸੀ। ਉਸ ਤੋਂ ਬਾਅਦ ਇਹਦਾ ਜਿਹੜਾ ਫਾਈਨਲ ਡਿਸੀਜਨ ਆ ਜਿਹੜਾ ਕੇਜਰੀਵਾਲ ਨੇ 11 ਦਸੰਬਰ 2020 ਨੂੰ ਲਿਆ, ਉਹ 9 ਦਸੰਬਰ 2021 ਤੋਂ ਬਾਅਦ ਲੈਣਾ ਬਣਦਾ ਸੀ। ਨਹੀਂ ਹੁਣ ਜਿਹੜੀ ਸਾਰੇ ਪ੍ਰੋਟੈਸਟ ਕਰਦੇ ਪਏ ਆ, ਹੁਣ ਅਲੱਗ-ਅਲੱਗ ਥਾਵਾਂ ਤੇ ਮੋਰਚੇ ਲੱਗਦੇ ਪਏ ਆ, ਪ੍ਰੋਟੈਸਟ ਹੋ ਰਹੇ ਆ। ਹੁਣ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੇਜਰੀਵਾਲ ਦਾ ਅਸੀਂ ਘਰ ਵੀ ਘੇਰਨਾ ਹੈਗਾ। ਤਾਂ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਸਰਕਾਰ ਤੱਕ ਕੋਈ ਅਸਰ ਹੋਊਗਾ? ਮਿਸਟਰ ਕੇਜਰੀਵਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਸ ਤੇ ਅੱਗੇ ਤੁਰਨ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ? ਦੇਖੋ ਜਿਹੜੀ 9 ਦਸੰਬਰ 2021 ਤੋਂ ਬਾਅਦ ਸਾਰਾ ਪ੍ਰੋਸੈਸ ਦੁਬਾਰੇ ਸ਼ੁਰੂ ਹੋਇਆ। ਮੇਰੀ ਜਾਣਕਾਰੀ ਮੁਤਾਬਕ 10 ਦਿਨ ਪਹਿਲਾਂ ਇੱਥੋਂ ਜੇਲ੍ਹ ਸੈਂਟਰਲ ਜੇਲ੍ਹ ਅੰਮ੍ਰਿਤਸਰ ਵੱਲੋਂ ਸਾਰਾ ਰਿਕਾਰਡ ਦਿੱਲੀ ਨੂੰ ਭੇਜ ਦਿੱਤਾ ਗਿਆ। ਉਹ ਜਿਹੜੀ ਪ੍ਰੋਸੈਸਿੰਗ ਵਾਸਤੇ ਫਾਈਲ ਆ ਉਹ ਦਿੱਲੀ ਸਰਕਾਰ ਦੇ ਕੋਲ ਪਈ ਆ। ਉਹ ਅੱਜ ਕਰ ਲੈਣ, ਕੱਲ ਕਰ ਲੈਣ, ਦਵਾ ਮੰਨਦੇ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆ। ਅਸੀਂ ਉਹਦਾ ਕੋਈ ਲੀਗਲ ਐਂਗਲ ਦੇਖ ਕੇ ਉਹਨੂੰ ਹਾਈ ਕੋਰਟ ਦੇ ਵਿੱਚ ਵੀ ਲੈ ਕੇ ਜਾਣ ਦੀ ਜਿਹੜੀ ਆ ਸਾਡੀ ਪਲੈਨਿੰਗ ਹੈਗੀ, ਉਹ ਕਰਕੇ ਅਸੀਂ ਫਿਰ ਡਿਸਕਲੋਜ਼ ਕਰਾਂਗੇ। ਸੋ ਉਹ ਵੀ ਅਸੀਂ ਲੀਗਲ ਪੱਖ ਵੀ ਕਰ ਰਹੇ ਹਾਂ ਕਿਉਂਕਿ ਇਹ ਪੋਲੀਟੀਕਲ ਡਿਸੀਜਨ ਆ। ਸੋ ਵੋਟਾਂ ਦਾ ਟਾਈਮ ਆ, ਸਾਰੀਆਂ ਸਰਕਾਰਾਂ ਹੁਣ 4.5 ਸਾਲ ਤੱਕ ਕੁਝ ਨਹੀਂ ਕਰਦੀਆਂ। ਬਿਲਕੁਲ ਉਹਨਾਂ ਨੂੰ ਹੁੰਦਾ ਪੋਲੀਟੀਕਲ ਡਿਸੀਜਨ ਤੁਸੀਂ ਬਾਰ-ਬਾਰ ਦੁਹਰਾ ਰਹੇ ਹੋ ਮੰਚਪੁਰ ਜੀ। ਪੰਜਾਬ ਵਿੱਚ ਇਲੈਕਸ਼ਨ ਹੈਗੀਆਂ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਪੰਜਾਬ ਦੀਆਂ ਇਲੈਕਸ਼ਨ ਨਾਲ ਜੁੜਿਆ ਹੋਇਆ। ਜੇ ਜੁੜਿਆ ਹੋਇਆ ਮੰਚਪੁਰ ਜੀ, ਜੇ ਜੁੜਿਆ ਹੋਇਆ ਤੇ ਕੇਜਰੀਵਾਲ ਸਾਹਿਬ ਦਾ ਰੌਲਾ ਕੀ ਹੈ ਵਿੱਚ? ਫਿਰ ਦੇਖੋ ਇਹ ਉਹ ਜੋੜ ਰਹੇ ਆ। ਅਸੀਂ ਤਾਂ ਜਦੋਂ 9 ਦਸੰਬਰ ਨੂੰ ਮੈਂ ਕਿਹਾ ਵੀ ਜਦੋਂ ਸੁਪਰੀਮ ਕੋਰਟ ਬਿੱਟੇ ਦੀ ਰਿਟ ਖਾਰਜ ਹੋ ਗਈ, ਅਸੀਂ ਤਾਂ ਉਦੋਂ ਨਾਰਮਲ ਸੈਂਸ ਦੇ ਵਿੱਚ ਇਹ ਜਿਹੜਾ ਮੁੱਦਾ ਚੁੱਕਿਆ ਸੀਗਾ। ਸੋ ਹੁਣ ਇਲੈਕਸ਼ਨ ਵੀ ਡਿਕਲੇਅਰ ਹੋ ਗਈਆਂ, ਇੱਕ ਵੱਖਰੀ ਗੱਲ ਆ ਵੀ ਉਹਨੂੰ ਇਲੈਕਸ਼ਨ ਦਾ ਮੁੱਦਾ ਵੀ ਜਿਹੜਾ ਬਣਾਇਆ ਜਾ ਰਿਹਾ। ਸੋ ਉਹ ਸਾਡੀ ਨਹੀਂ ਸਿਰਦਰਦੀ ਹੈਗੀ ਵੀ ਇਲੈਕਸ਼ਨ ਦਾ ਮੁੱਦਾ ਬਣੇ ਜਾਂ ਨਾ ਮਰੇ, ਕੋਈ ਇਹਨੂੰ ਵੋਟਾਂ ਮਿਲਣ ਜਾਂ ਕਿਸੇ ਦੀਆਂ ਘਟਣ ਜਾਂ ਵਧਣ। ਇਹ ਕੈਲਕੂਲੇਸ਼ਨਾਂ ਉਹਨਾਂ ਨੇ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨ ਲੜਨੀਆਂ ਹੈਗੀਆਂ। ਸੋ ਸਾਡਾ ਹੀ ਤਾਂ ਜਿਹੜੀ ਲੜਾਈ ਆ ਉਹ ਇਹ ਆ ਵੀ ਜਿਹੜੇ ਬੰਦੇ ਨੂੰ 26-27 ਸਾਲ ਹੋ ਗਏ ਅੰਦਰ ਬੈਠਿਆਂ ਨੂੰ ਤੇ ਪਿਛਲੇ 10-11 ਸਾਲ ਤੋਂ ਹਸਪੀਟਲ ਦੇ ਵਿੱਚ ਦਾਖਲ ਆ, ਤੇ ਉਹਨੂੰ ਰਿਲੀਫ ਮਿਲਣਾ ਚਾਹੀਦਾ। ਉਹਨੂੰ ਮਿਲ ਕੇ ਰਿਲੀਫ ਕਿਸੇ ਨੂੰ ਬੈਨੀਫਿਟ ਹੁੰਦਾ ਜਾਂ ਨਾ ਮਿਲ ਕੇ ਕਿਸੇ ਦਾ ਨੁਕਸਾਨ ਹੁੰਦਾ, ਇਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇਹ ਕੇਜਰੀਵਾਲ ਦੇਖੇ ਜਾਂ ਇਲੈਕਸ਼ਨ ਲੜਨ ਵਾਲੀਆਂ ਪਾਰਟੀਆਂ ਦੇਖਣ। ਇਹ ਮਨੁੱਖੀ ਅਧਿਕਾਰਾਂ ਜੋ ਤੁਸੀਂ ਗੱਲ ਕਰਦੇ ਹੋ ਤੇ ਇਹ ਗੱਲ UN ਤੱਕ ਵੀ ਜਾਂਦੀ ਹੈ ਜਾਂ ਤੁਸੀਂ ਇੱਥੇ ਲੜਾਈ ਲੜੀ ਜਾਂਦੇ ਹੋ ਸਾਰੇ ਲੋਕ? ਦੇਖੋ ਮੈਂ ਤਾਂ ਇੱਥੇ ਲੈਵਲ ਦਾ ਹੀ ਹੈਗਾ। ਮੈਂ UN ਦੇ ਵਿੱਚ UN ਨੇ ਵੀ ਕੀ ਕੀਤਾ ਅੱਜ ਤੱਕ? UN ਦੇ ਕੋਲ ਗੱਲਾਂ ਵੱਡੀਆਂ ਹੁੰਦੀਆਂ, UN ਕੋਲ ਚਲੇ ਜਾ। UN ਕਿਸੇ ਮੁਲਕ ਦੇ ਸਿਸਟਮ ਦੇ ਵਿੱਚ ਸਿੱਧੀ ਇੰਟਰਫੇਰੈਂਸ ਨਹੀਂ ਕਰਦੀ। ਖਾਸ ਤੌਰ ਤੇ ਜੇ ਤਾਂ ਕੋਈ ਮੁਲਕ ਮੁੱਦਾ ਉਠਾਵੇ ਤਾਂ UN ਕੋਈ ਇੰਟਰਫੇਰੈਂਸ ਕਰਦੀ ਹੈ। ਪ੍ਰਾਈਵੇਟ ਪਾਰਟੀ ਨੂੰ ਉੱਥੇ ਪਹੁੰਚਣਾ ਹੀ ਬਹੁਤ ਮੁਸ਼ਕਲ ਆ। ਜੇ ਕੋਈ ਪਹੁੰਚ ਵੀ ਜਾਵੇ ਤਾਂ ਜਿੰਨਾ ਚਿਰ ਤੱਕ ਕੋਈ ਮੁਲਕ ਉਹਦੀ ਸਪੋਰਟ ਨਾ ਕਰੇ ਉਹ ਬਣਦੀ ਨਹੀਂ ਗੱਲ। ਸੋ ਅਸੀਂ ਇੱਥੇ ਸਿਸਟਮ ਸੁਪਰੀਮ ਕੋਰਟ ਤੱਕ ਜਿਹੜੀ ਆ ਉਹ ਲੜਾਈ ਲੜ ਰਹੇ ਹਾਂ। ਹੁਣ ਜੇ ਨਹੀਂ ਡਿਸੀਜਨ ਲੈਣਗੇ ਤਾਂ ਅਸੀਂ ਇਸ ਗੱਲ ਨੂੰ ਵੀ ਚੈਲੰਜ ਕਰਾਂਗੇ ਕੋਰਟ ਦੇ ਵਿੱਚ, ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਛੇਤੀ। ਤੁਸੀਂ ਆਖਰੀ ਵਾਰ ਮਿਸਟਰ ਭੁੱਲਰ ਨੂੰ ਕਦੋਂ ਮਿਲੇ ਸੀ? ਮੈਂ ਹੋ ਸਕਦਾ 10 ਦਿਨ ਪਹਿਲਾਂ ਮਿਲਿਆ ਹੋਵਾਂ। ਜਦੋਂ ਵੀ ਅੰਮ੍ਰਿਤਸਰ ਜਾਂਦਾ ਮੈਂ ਉਹਨਾਂ ਨੂੰ ਜ਼ਰੂਰ ਮਿਲਦਾ। ਤੇ ਉਹ 24 ਦਸੰਬਰ ਤੱਕ ਪੈਰੋਲ ਤੇ ਸੀਗੇ। 24 ਦਸੰਬਰ ਨੂੰ ਉਹ ਵਾਪਸ ਜੇਲ੍ਹ 'ਚ ਸਰੈਂਡਰ ਕੀਤਾ ਉਹਨਾਂ ਨੇ। 24 ਤੋਂ ਪਹਿਲਾਂ ਮੈਂ 1-2 ਦਿਨ ਪਹਿਲਾਂ ਮਿਲਿਆ ਉਹਨਾਂ ਨੂੰ। ਚਲੋ ਕੀ ਹਾਲਾਤ ਕੀ ਨੇ ਜਿਹੜੇ ਉਹਨਾਂ ਦੇ ਬਾਰੇ ਗੱਲ ਕਰਦੇ ਉਹ ਜਾਨਣਾ ਚਾਹ ਰਹੇ ਤੁਹਾਡੇ ਜ਼ਰੀਏ? ਭੁੱਲਰ ਸਾਹਿਬ ਦੀ ਜਿਹੜੀ ਹੈਗੀ ਆ ਉਹ ਜਿਵੇਂ ਕਿ ਮੈਂ ਦੱਸਿਆ ਵੀ 2010 ਨੂੰ ਉਹਨਾਂ ਨੂੰ ਇਵਾਸ ਹਸਪੀਟਲ ਦੇ ਵਿੱਚ ਦਾਖਲ ਕੀਤਾ ਸੀ ਤੇ 2015 ਦੇ ਵਿੱਚ ਉਹਨਾਂ ਨੂੰ ਹਸਪੀਟਲ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ 'ਚ ਦਾਖਲ ਕੀਤਾ ਸੀ। ਸੋ ਉਹਨਾਂ ਨੂੰ ਪਿਛਲੇ 1.5 ਸਾਲ ਪਹਿਲਾਂ ਉਹ ਪੈਰੋਲ ਤੇ ਵੀ ਰਹੇ ਆ। ਸੋ ਉਹਨਾਂ ਦੀ ਮੈਡੀਕਲ ਜਿਹੜੀ ਸੀਜ਼ੋਫਰੇਨੀਆ ਜਿਹਨੂੰ ਕਹਿੰਦੇ ਮੈਡੀਕਲ ਟਰਮ ਦੇ ਵਿੱਚ, ਉਹਨਾਂ ਨੂੰ ਇੱਕ ਮਾਨਸਿਕ ਜਿਹੜੀ ਆ ਉਹ ਸਾਈਕੋਲੋਜੀਕਲ ਪ੍ਰੋਬਲਮ ਹੈਗੀ ਆ ਜਿਹੜੀ ਕਿ ਹੋਮਲੀ ਇਨਵਾਇਰਨਮੈਂਟ ਦੇ ਵਿੱਚ ਜਿਹੜੀ ਕਿਉਰ ਹੋ ਰਹੀ ਆ। ਤੇ ਡਾਕਟਰਾਂ ਦੀ ਰਿਕਮੈਂਡੇਸ਼ਨ ਆ ਵੀ ਜਿੰਨਾ ਹੋਮਲੀ ਇਨਵਾਇਰਨਮੈਂਟ ਮਿਲੂਗਾ ਤੇ ਉਹ ਪੂਰੀ ਤਰ੍ਹਾਂ ਜਿਹੜੇ ਤੰਦਰੁਸਤ ਹੋ ਸਕਦੇ ਆ। ਸੋ ਉਹ ਗੱਲਬਾਤ ਕਰਦੇ ਆ, ਕੋਈ ਐਸੀ ਗੱਲ ਨਹੀਂ ਕੀ ਗੱਲਬਾਤ ਕਰਦੇ ਆ, ਸੁਣਦੇ ਆ, ਸਮਝਦੇ ਆ ਸਾਰਾ ਕੁਝ। ਪਰ ਇਹ ਆ ਵੀ ਹੁਣ ਦੁਬਾਰੇ ਜਿਹਦਾ 1.5 ਸਾਲ ਬਾਅਦ ਉਹਨਾਂ ਨੂੰ ਫੇਰ ਜਾਣਾ ਪਿਆ। ਜਿੱਦਾਂ ਆਮ ਤੁਸੀਂ ਬੇਅੰਤ ਮਰਡਰ ਕੇਸ ਵਾਲੇ ਤਾਂ ਬਾਅਦ ਹੀ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਪੈਰੋਲ ਵਧਾਈ, ਪਰ ਪੰਜਾਬ ਸਰਕਾਰ ਨੇ ਜਿਹੜੀ ਆ ਉਹ ਵਧਾਈ ਨਹੀਂ, ਉਹਨਾਂ ਨੂੰ ਇਸ ਕਰਕੇ ਸਰੈਂਡਰ ਕਰਨਾ ਪਿਆ। ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਮਿਸਟਰ ਭੁੱਲਰ ਦੇ ਮਾਮਲੇ 'ਚ, ਜਾਂ ਹੋਰ ਜਿਹੜੇ ਕੇਸ ਮੇਰੇ ਕੋਲ ਪਏ ਆ ਕਿਹੜੇ? ਕਿਉਂਕਿ ਕਈ ਸੈਂਟਰ ਜੇਲ੍ਹ ਅੰਮ੍ਰਿਤਸਰ ਦੇ ਕੇਸ ਹੈਗੇ ਆ, ਬੁੜੈਲ ਵਾਲੇ ਵੀ ਹੈਗੇ ਆ ਤੇ ਸੈਂਟਰ ਜੇਲ੍ਹ ਪਟਿਆਲਾ ਦੇ ਕੇਸ ਵੀ ਹੈਗੇ ਆ। ਪੰਜਾਬ ਸਰਕਾਰ ਦਾ ਰੋਲ ਕੀ ਹੈ?
ਜੇਲ੍ਹ ਦੇ ਵਿੱਚ ਕਿਸੇ ਦੇ ਵਿੱਚ ਹੋਣਾ ਉਸ ਸਟੇਟ ਨਾਲ ਸੰਬੰਧਿਤ ਕੇਸ ਨਹੀਂ ਬਣਦਾ। ਉਹ ਕੇਸ ਦੀ ਜਿਹੜੀ ਕਨਵਿਕਸ਼ਨ ਸਟੇਟ ਆ ਉਹ ਕਿਹੜੀ ਆ, ਜਿਹਦਾ ਭੁੱਲਰ ਸਾਹਿਬ ਦੀ ਕਨਵਿਕਸ਼ਨ ਸਟੇਟ ਦਿੱਲੀ ਸਰਕਾਰ ਆ, ਗੁਰਦੀਪ ਸਿੰਘ ਖੈੜਾ 2 ਨੰਬਰ ਤੇ, ਇਹਦੀ ਕਨਵਿਕਸ਼ਨ ਸਟੇਟ ਕਰਨਾਟਕਾ ਦੀ ਆ। ਜਿੰਨੇ ਬੇਅੰਤ ਮਰਡਰ ਕੇਸ ਵਾਲੇ ਆ 7 ਬੰਦੇ, ਇਹਨਾਂ ਦੀ ਕਨਵਿਕਸ਼ਨ ਯੂਟੀ ਚੰਡੀਗੜ੍ਹ ਆ। ਸੋ ਪੰਜਾਬ ਸਰਕਾਰ ਦਾ ਰੋਲ ਇਹੀ ਆ ਵੀ ਜਿਹੜੀ ਜੇਲ੍ਹ ਦੇ ਵਿੱਚ ਬੰਦਾ, ਜਾਂ ਜੇ ਪੰਜਾਬ ਦੇ ਵਿੱਚ ਉਹਨੇ ਰਿਹਾਈ ਤੋਂ ਬਾਅਦ ਰਹਿਣਾ, ਉੱਥੋਂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ, ਹੋਮ ਟਾਊਨ ਜਿਹੜਾ ਹੈਗਾ ਵੀ ਹਾਂ ਉਹਦੀ ਫੇਵਰ ਚ ਆ, ਜਾਂ ਉਹਦਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ ਜੋ ਲੋਕੈਲਿਟੀ ਦੀ ਸੋਸ਼ਲ ਰਿਪੋਰਟ ਆ, ਉਹ ਸਾਰੀਆਂ ਭੁੱਲਰ ਸਾਹਿਬ ਦੇ ਜਿਹੜੀਆਂ ਫੇਵਰ ਚ ਆ। ਉਹਨਾਂ ਦੇ ਥਾਣੇ ਦੀ, ਉਹਨਾਂ ਦੇ ਕਮਿਸ਼ਨਰ ਦੀ, ਉਹਨਾਂ ਦੀ ਜੇਲ੍ਹ ਦੀ ਗੁੱਡ ਕੰਡਕਟ ਆ। ਪਰੋਲਾਂ ਇੰਨੀਆਂ ਕੱਟ ਕੇ 2015 ਤੋਂ ਲਗਾਤਾਰ ਪਰੋਲਾਂ 13-14 ਪਰੋਲਾਂ ਕੱਟ ਰਹੀਆਂ। ਸੋ ਇਹੀ ਇੱਕ ਉਮਰ ਕੈਦੀ ਨੂੰ ਛੱਡਣ ਵਾਸਤੇ ਇੱਕ ਜਿਹੜਾ ਬੇਸ ਹੁੰਦਾ ਵੀ ਉਹਦਾ ਜੇਲ੍ਹ ਦੇ ਵਿੱਚੋਂ ਆ ਕੇ ਉਹ ਪਰੋਲ ਕੱਟ ਕੇ ਵਾਪਸ ਸਰੈਂਡਰ ਕਰ ਜਾਂਦਾ ਟਾਈਮਲੀ। ਸੋ ਉਹੀ ਕਾਨੂੰਨ ਮੁਤਾਬਕ ਫਿਰ ਪੱਕੀ ਰਿਹਾਈ ਦਾ ਜਿਹੜਾ ਹੱਕਦਾਰ ਬਣਦਾ ਜੀ। ਬੜਾ ਇਹ ਤੁਸੀਂ ਪੁਆਇੰਟ ਹੈ ਜਿਹੜਾ ਸਾਨੂੰ ਕਲੀਅਰ ਕੀਤਾ ਹੈਗਾ ਮੰਝਪੁਰ ਜੀ। ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ। ਮੰਝਪੁਰ ਸਾਹਿਬ ਹਰਾਂ ਨਾਲ ਲੰਬੀ ਗੱਲਬਾਤ ਹੋਵੇਗੀ ਜਿਹਦੇ ਨਾਲ ਤੁਹਾਨੂੰ ਇਸ਼ੂ ਸਮਝ ਆ ਜਾਵੇ। ਮੈਂ ਵੀ ਸਮਝਣਾ ਚਾਹੁੰਦਾ ਕਿਉਂਕਿ ਮੈਨੂੰ ਵੀ ਪੂਰਾ ਇਸ਼ੂ ਨਹੀਂ ਪਤਾ ਹੈਗਾ। ਜੋ ਤਿੱਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹ ਤਿੱਕਰ ਸਿਆਸੀ ਅਖਾੜਾ ਹੋਰ ਪੱਕ ਚੁੱਕਿਆ ਹੋਊਗਾ, ਤੇ ਹੋ ਸਕਦਾ ਕਿ ਤੁਹਾਡੇ ਸਾਹਮਣੇ ਕੋਈ ਫੈਸਲਾ ਵੀ ਨਜ਼ਰ ਆਉਂਦਾ ਪਿਆ ਹੋਵੇ, ਕਿਉਂਕਿ ਮਾਮਲਾ ਗ੍ਰਹਿ ਮੰਤਰੀ ਤੱਕ ਵੀ ਪਹੁੰਚਿਆ। ਹਾਲਾਂਕਿ ਇਸ ਵਿੱਚ ਵੀ ਸਿਆਸਤ ਹੈ, ਪਰ ਉਹ ਸਿਆਸਤ ਕਿ ਗ੍ਰਹਿ ਮੰਤਰੀ ਅਮਿਤ शाह ਤੋਂ ਇਹ ਮਾਮਲੇ ਸੁਲਝਾ ਸਕती है कि नहीं, सवाल ये भी है। वापस आ एक बार फिर थोड़ा स्वागत करते हैं। तो जसपाल सिंह मंझपुर वकील है ਜਿਹੜੇ ਉਹ ਸਾਡੇ ਨਾਲ ਮੌਜੂਦ ਹੈਗੇ ਆ। ਮੰਝਪੁਰ ਜੀ, ਹੋ ਸਕਦਾ ਕਿ ਤੁਹਾਨੂੰ ਇਹ ਲੱਗਦਾ ਹੋਵੇ ਕਿ ਬੜੀ ਤਫਸੀਲ ਨਾਲ ਗੱਲਬਾਤ ਹੋ ਰਹੀ ਹੈ, ਪਰ ਮੰਝਪੁਰ ਜੀ ਜ਼ਰੂਰਤ ਹੈਗੀ ਹੈ, ਕਿਉਂਕਿ ਇਸ ਮਾਮਲੇ ਨੂੰ ਬੜਾ ਛੋਟਾ ਮੰਨ ਕੇ ਚੱਲਿਆ ਜਾਂਦਾ ਹੈ। ਸਿਰਫ ਇਹ ਮੰਨ ਕੇ ਚੱਲਿਆ ਜਾਂਦਾ ਹਾਂ ਜੀ ਇਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਜੀ, ਛੱਡਿਆ ਨਹੀਂ ਗਿਆ ਜੀ। ਬਹੁਤ ਇਹਨਾਂ 'ਤੇ ਮੋਰਚੇ ਲੱਗੇ ਆ, ਮਿਸਟਰ ਸੂਰਜ ਸਿੰਘ ਖਾਲਸਾ, ਹੋਰ ਮੈਂ ਕਿੰਨਿਆਂ ਦੇ ਨਾਮ ਲੈ ਸਕਦਾ। ਮੇਰਾ ਸਵਾਲ ਹੈ ਮੰਝਪੁਰ ਜੀ, ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਉਹਨੂੰ ਤੁਸੀਂ ਕਰੈਕਟ ਕਰ ਦਿਓ। ਉਹਦੇ ਵਿੱਚ 1-2 ਸ਼ਖਸ ਆਪਸ 'ਚ ਗੱਲਬਾਤ ਕਰ ਰਹੇ ਸੀ ਤੇ ਕਹਿ ਰਹੇ ਸੀਗੇ ਕਿ ਜਿਹੜੇ ਬੰਦੀ ਸਿੰਘ ਹੈਗੇ ਆ ਸਜ਼ਾ ਪੂਰੀ ਕਰ ਚੁੱਕੇ ਆ, ਇਹਨਾਂ ਨੂੰ ਜਿਹੜੀ ਮੈਡੀਕਲ ਫੈਸਿਲਿਟੀਜ਼ ਮਿਲਦੀਆਂ ਉਹ ਵੀ ਪ੍ਰੋਪਰ ਨਹੀਂ ਮਿਲ ਪਾ ਰਹੀਆਂ। ਇੱਕ ਬੰਦਾ ਕਹਿ ਰਿਹਾ ਸੀਗਾ ਗੋਲੀਆਂ ਦਿੰਦੇ ਆ ਤੇ ਉਹ ਰੈਪਰ ਲਾ ਕੇ ਦਿੰਦੇ ਆ, ਪਤਾ ਨਹੀਂ ਲੱਗਦਾ ਕਿਹੜੀ ਕੰਪਨੀ ਦੀ ਆ, ਐਕਸਪਾਇਰ ਹੈਗੀ ਜਾਂ ਨਹੀਂ ਹੈਗੀ। ਇਸ ਮਾਮਲੇ ਕੋਈ ਸੱਚ ਹੈਗਾ, ਕਿਉਂਕਿ ਤੁਸੀਂ ਤਾਂ ਇਹਨਾਂ ਲੋਕਾਂ ਦੇ ਬੜੇ ਟੱਚ ਵਿੱਚ ਹੋ। ਨਹੀਂ ਦੇਖੋ, ਇਹ ਤਾਂ ਨਾਰਮਲ ਜਿਹੜੀ ਆ ਜੇਲ੍ਹਾਂ ਦੇ ਵਿੱਚ ਕੰਡੀਸ਼ਨ ਦੀ ਹਾਲਾਤ ਬਿਆਨ ਕਰਦੀ ਆ। ਉਹ 'ਚ ਨਾਰਮਲੀ ਜਿਹੜੀ ਮੈਡੀਕਲ ਫੈਸਿਲਿਟੀ ਜੇਲ੍ਹਾਂ ਦੇ ਵਿੱਚ ਬਹੁਤ ਮਾੜੀ ਹਾਲਾਤ ਆ। ਸੋ ਇਸੇ ਤਰ੍ਹਾਂ ਦੀਆਂ ਉੱਥੇ ਰੰਗ ਦੀਆਂ ਗੋਲੀਆਂ ਹੁੰਦੀਆਂ ਜੇਲ੍ਹਾਂ ਦੇ ਵਿੱਚ। ਜੇਲ੍ਹਾਂ ਦੇ ਵਿੱਚ ਇੱਥੇ ਮਾੜੇ ਹਾਲਾਤ, ਆਮ ਸਰਕਾਰੀ ਹਸਪਤਾਲਾਂ ਨਾਲੋਂ ਵੀ ਜਿਹੜੇ ਮਾੜੇ ਹਾਲਾਤ ਹੈਗੇ। ਸਾਰੇ ਜੇਲ੍ਹਾਂ ਦੇ ਵਿੱਚ ਡਾਕਟਰ ਵੀ ਉਸ ਤਰ੍ਹਾਂ ਜਿਹੜੇ ਉਸ ਲੈਵਲ ਦੇ ਨਹੀਂ ਹੈਗੇ, ਸਿਰਫ ਛੋਟੇ ਲੈਵਲ ਤੇ ਕੰਪਾਊਂਡਰ ਟਾਈਪ ਬੰਦੇ ਜਿਹੜੇ ਆ ਉਹ ਡਾਕਟਰ ਰੱਖੇ ਹੋਏ। ਕੋਈ ਜੇਲ੍ਹਾਂ 'ਚ ਹੈਗੇ, ਕੋਈ ਫੈਸਿਲਿਟੀਆਂ ਹੈ ਨਹੀਂ, ਕੋਈ ਸਕੈਨਿੰਗ ਦੀਆਂ, ਕੋਈ ਐਕਸਰੇ ਦੀਆਂ, ਕੋਈ ਉਸ ਤਰ੍ਹਾਂ ਦੀ ਹੈ ਨਹੀਂ। ਸੋ ਜੇਲ੍ਹਾਂ ਦੇ ਵਿੱਚ ਤਾਂ ਰੰਗ ਵਾਲੀਆਂ ਗੋਲੀਆਂ ਹੁੰਦੀਆਂ ਵੀ ਢਿੱਡ ਦੁਖਦਾ ਤੇ ਲਾਲ ਰੰਗ ਦੀ ਦੇ ਦਿਓ ਤੇ ਸਿਰ ਦੁਖਦਾ ਤੇ ਹਰੇ ਰੰਗ ਦੀ ਦੇ ਦਿਓ। ਹੈ ਨਹੀਂ ਜੇਲ੍ਹਾਂ ਦੇ ਵਿੱਚ, ਸਾਰੀਆਂ ਜੇਲ੍ਹਾਂ ਦੇ ਵਿੱਚ। ਘੱਟੋ ਘੱਟ ਪੰਜਾਬ ਦੀਆਂ ਤਾਂ ਕਿਸੇ ਜੇਲ੍ਹਾਂ ਦੇ ਵਿੱਚ ਮੈਂ ਕਦੀ ਕਿਸੇ ਨੂੰ ਸੁਖੀ ਨਹੀਂ ਪਾਇਆ ਵੀ ਕਿਸੇ ਨੂੰ ਉਹਨਾਂ ਨੂੰ ਬਾਹਰ ਗਾਲਤਾਂ ਐਪਲੀਕੇਸ਼ਨਾਂ ਕੋਰਟਾਂ ਦੇ ਵਿੱਚ ਲਾ ਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ PGI ਲੈ ਕੇ ਜਾਂਦੇ ਆ ਤਾਂ ਫਿਰ ਕੁਛ ਰਾਹਤ ਹੁੰਦੀ ਆ, ਜਾਂ ਬੰਦਾ ਆਪਣਾ ਖਰਚਾ ਕਰੇ ਕਿਸੇ ਪ੍ਰਾਈਵੇਟ ਹਸਪੀਟਲੋਂ ਇਲਾਜ ਕਰਾਵੇ। ਸੋ ਜੇਲ੍ਹਾਂ ਦੇ ਵਿੱਚ ਓਵਰਆਲ ਸਾਰਿਆਂ ਲਈ, ਇਕੱਲੇ ਬੰਦੀ ਸਿੰਘਾਂ ਲਈ ਨਹੀਂ, ਸਾਰਿਆਂ ਵਾਸਤੇ ਮੈਡੀਕਲ ਫੈਸਿਲਿਟੀਆਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ। ਜਿਹੜੀ ਇਹ ਸੂਚੀ ਹੈ ਤੁਸੀਂ ਤਿਆਰ ਕੀਤੀ ਹੈ, ਕੇਂਦਰੀ ਗ੍ਰਹਿ ਮੰਤਰੀ ਤੱਕ ਵੀ ਇਹ ਸੂਚੀ ਪਹੁੰਚੀ ਹੈ ਮੰਝਪੁਰ ਜੀ, ਉਹਦੇ ਵਿੱਚ ਤੁਹਾਡਾ ਕੀ ਰੋਲ ਹੈ? ਦੇਖੋ, ਜਿਹੜੀ ਕੇਂਦਰੀ ਗ੍ਰਹਿ ਮੰਤਰੀ, ਮੈਂ ਤਾਂ ਪਿਛਲੇ ਲਗਭਗ 5-6 ਸਾਲਾਂ ਤੋਂ ਜਿਹੜਾ ਵੀ ਕੋਈ ਪਹੁੰਚ ਕਰਦਾ, ਜਿੰਨੀ ਮੇਰੀ ਸਮਰੱਥਾ ਹੈਗੀ ਉਹਦੇ ਮੁਤਾਬਕ ਮੈਂ ਸਾਰੀ ਡਿਟੇਲਸ ਕਰਦਾ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕੱਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਜਿਹੜੀ ਆ ਸੂਚੀ ਦਿੱਤੀ ਆ, ਇਹਨਾਂ ਹੀ 20 ਬੰਦੀਆਂ ਦੀ ਜਿਹੜੀ ਤੁਹਾਡੇ ਕੋਲ ਸੂਚੀ ਪਈ ਆ। ਸੋ ਉਹਨਾਂ ਤੱਕ ਵੀ ਇਹ ਮਸਲਾ ਹੈਗਾ। ਪਰ ਜੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਗੱਲ ਕਰੀਏ ਤੇ 550 ਸਾਲਾਂ ਤੇ ਜਿਹੜਾ ਉਹਨਾਂ ਨੇ ਫੈਸਲਾ ਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਅਜੇ 2-2.5 ਸਾਲ ਹੋ ਗਏ ਇੰਪਲੀਮੈਂਟ ਕੀਤਾ, ਉਹ ਅਜੇ ਇੰਪਲੀਮੈਂਟ ਨਹੀਂ ਹੋ ਸਕਿਆ ਸਾਰਾ। ਸੋ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਲਰੇਡੀ ਧਿਆਨ ਦੇ ਵਿੱਚ ਇਹ ਗੱਲ ਹੈਗੀ ਆ। ਸੋ ਕੋਈ ਫਰੈਸ਼ ਇਹਦੇ ਤੇ ਡਿਸੀਜਨ ਲੈਂਦੇ ਆ। ਸੋ ਚਾਹੀਦਾ ਤਾਂ ਇਹ ਸੀ ਵੀ ਕੇਂਦਰੀ ਗ੍ਰਹਿ ਮੰਤਰਾਲਾ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਘੱਟੋ ਘੱਟ ਉਹਨਾਂ ਨੂੰ ਡਾਇਰੈਕਟ ਰਿਹਾਈ ਦਿੰਦਾ। ਉਹਨਾਂ ਨੇ ਆਰਟੀਕਲ 72 ਦੇ ਥੱਲੇ ਸਿਰਫ ਰਾਜੋਆਣੇ ਨੂੰ ਫਾਂਸੀ ਤੋੜ ਕੇ ਉਮਰ ਕੈਦ 'ਚ ਬਦਲਣ ਦੀ ਗੱਲ ਕੀਤੀ, ਬਾਕੀਆਂ ਨੂੰ ਸਟੇਟਾਂ ਦੇ ਉੱਤੇ ਸਿੱਟਤਾ। ਜਿਵੇਂ ਭੁੱਲਰ ਸਾਹਿਬ ਦਾ ਹੁਣ ਦਿੱਲੀ ਸਰਕਾਰ ਕੋ ਫਸਿਆ ਪੇਚ, ਲਾਲ ਸਿੰਘ ਦਾ ਗੁਜਰਾਤ ਕੋ ਸੀ, ਉਹਨਾਂ ਨੇ ਕਲੀਅਰ ਕਰਤਾ ਪਿਛਲੇ ਸਾਲ, ਉਹ 1.5 ਸਾਲ ਹੋ ਗਿਆ ਰਿਹਾ ਹੋ ਗਏ। ਸੋ ਇਵੇਂ ਗੁਰਦੀਪ ਸਿੰਘ ਖੇੜੇ ਦਾ ਹੁਣ ਦੇਖੋ, ਕਰਨਾਟਕਾ 'ਚ BJP ਦੀ ਸਰਕਾਰ ਆ, ਸੈਂਟਰ 'ਚ ਵੀ BJP ਦੀ ਸਰਕਾਰ ਆ, ਪਰ ਦੋਨਾਂ ਥਾਵਾਂ ਤੇ BJP ਦੀ ਸਰਕਾਰ ਹੋਣ ਦੇ ਬਾਵਜੂਦ ਵੀ ਗੁਰਦੀਪ ਸਿੰਘ ਖੇੜੇ ਦਾ
ਅਜੇ ਤੱਕ ਜਿਹੜਾ ਰਿਹਾਈ ਦਾ ਹੁਕਮ ਆ ਨਹੀਂ ਸਕਿਆ। ਸੋ ਇਹ ਸਾਰੇ ਜਿਹੜੇ ਸਿਆਸਤ ਵੋਟਾਂ ਵਾਲੇ ਹੈਗੇ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਵੋਟ ਰਾਜਨੀਤੀ ਹੈਗੀ ਆ। ਅਸੀਂ ਫਿਰ ਵੀ ਕਹਿੰਦੇ ਕਰਨ, ਪਰ ਸੁਹਿਰਦਤਾ ਦੇ ਨਾਲ ਇੰਪਲੀਮੈਂਟੇਸ਼ਨ ਜ਼ਰੂਰ ਕਰਾਉਣ, ਭਾਵੇਂ ਕੋਈ ਵੀ ਹੋਵੇ, ਭਾਵੇਂ ਬੀਜੇਪੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਜੋ ਮਰਜ਼ੀ ਹੋਵੇ। ਮਨਜਪੁਰ ਜੀ, ਜੇ ਤੁਸੀਂ ਸਾਰਾ ਕਹਿ ਰਹੇ ਹੋ ਕਿ ਪੋਲੀਟੀਕਲ ਡਿਸੀਜਨ ਹੈ, ਹੁਣ ਵੀ ਤੁਸੀਂ ਸਿਆਸਤ ਦੀ ਗੱਲ ਕੀਤੀ ਕਿ ਵੋਟਾਂ ਟਾਈਮ ਹੈਗਾ, 2.5 ਸਾਲ ਹੋ ਗਏ, ਇਹ ਚੀਜ਼ਾਂ ਲਟਕਦੀਆਂ ਪਈਆਂ, ਗ੍ਰਹਿ ਮੰਤਰਾਲੇ ਨੂੰ ਸਭ ਕੁਝ ਪਤਾ। ਮਨਜਪੁਰ ਜੀ, ਪੋਲੀਟੀਕਲ ਪਾਰਟੀਆਂ ਤੇ ਸਾਡਾ ਮੀਡੀਆ, ਮੈਂ ਦੋਨੋਂ ਚੀਜ਼ਾਂ ਨੂੰ ਇਕੱਠਾ ਲੈ ਕੇ ਚੱਲਦਾ ਪਿਆ, ਇਹ ਇਸ ਮੁੱਦੇ ਤੇ ਬਹੁਤ ਸੋਚ ਵਿਚਾਰ ਕੇ ਗੱਲ ਕਰਦੀਆਂ, ਖਬਰ ਨੂੰ ਖਬਰ ਦੀ ਤਰ੍ਹਾਂ ਪੇਸ਼ ਕਰਦੀਆਂ। ਇਸ ਤੋਂ ਲੱਗੇ ਇਸ ਪਿੱਛੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦੇ ਪਿੱਛੇ ਸ਼ਾਇਦ ਉਹ ਝਿਜਕਦੀਆਂ। ਮਨਜਪੁਰ ਜੀ, ਇਹਦੀ ਵਜ੍ਹਾ ਕੀ ਮੰਨਦੇ ਹੋ ਤੁਸੀਂ? ਉਹਦੇ 'ਚ ਦੇਖੋ, ਸਾਰੀ ਜਿਹੜੀ ਹੁਣ ਬਹੁਤਾ ਮੀਡੀਆ ਹੈਗਾ, ਉਹ ਇੱਕ ਪੋਲੀਟੀਕਲ ਥਾਟ ਦੇ ਉਹਦੇ ਹੈਂਡ ਦੇ ਥੱਲੇ ਹੀ ਆ ਸਾਰਾ ਚੱਲਦਾ, ਤੇ ਉਹਦੇ ਕਰਕੇ ਉਹ ਸਾਰਾ ਮੀਡੀਆ ਵੀ ਗਰੇਜ ਕਰਦਾ। ਪਰ ਹਾਲਾਤ ਸਿਖਾਵੇਂ ਤਾਂ ਹੀ ਹੋਣ ਜੇ ਸਾਰੇ ਕਾਨੂੰਨ ਦੀ ਗੱਲ ਕਰਨ। ਮੈਂ ਤਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਵੀ ਜੇ ਹੁਣ ਗੱਲ ਕਰੀਏ, ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਅਫਸਰ ਦੋਸ਼ੀ ਸੀ, ਉਹਨਾਂ ਨੂੰ ਵੀ CBI ਕੋਰਟ ਨੇ ਬੰਦੇ ਮਾਰਨ ਦੀ ਸਜ਼ਾ ਦਿੱਤੀ, ਉਮਰ ਕੈਦ। ਇਹਨਾਂ ਬੇਅੰਤ ਮਰਡਰ ਵਾਲਿਆਂ ਨੇ ਵੀ ਬੰਦੇ ਮਾਰਨ ਦੀ CBI ਕੋਰਟ ਨੇ 302 'ਚ ਸਜ਼ਾ ਦਿੱਤੀ। ਸੋ ਇਹ ਤਾਂ ਅਜੇ ਤੱਕ 25-26 ਸਾਲ ਹੋ ਗਏ ਬੈਠੇ ਆ। ਉਹ 4-5 ਸਾਲ ਦੀ ਉਮਰ ਕੈਦ ਤੋਂ ਬਾਅਦ ਹੀ ਪਾਰਡਨ ਕਰਕੇ ਰਿਹਾ ਕਰਤੇ ਗਏ। ਫਿਰ ਇਹਦੀ ਗੱਲ ਕਿਉਂ ਨਹੀਂ ਉਠਾਉਂਦਾ ਕੋਈ ਮੀਡੀਆ ਵੀ ਪੁਲਿਸ ਵਾਲਾ ਜੇ ਕੋਈ ਸਿੱਖ ਨੂੰ ਮਾਰੇ, ਫਿਰ ਤੁਸੀਂ ਕਹਿੰਦੇ ਹੋ ਵੀ ਸਿੱਖਾਂ ਦੀ ਗੱਲ ਕਰਦੇ ਹੋ, ਸਿੱਖ ਨੂੰ ਮਾਰੇ ਤਾਂ ਉਹ ਉਮਰ ਕੈਦ ਦੀ ਸਜ਼ਾ CBI ਅਦਾਲਤ ਤੋਂ 5 ਸਾਲ ਬਾਅਦ ਰਿਹਾ ਹੋ ਜਾਂਦਾ। ਹਾਲਾਂਕਿ ਉਹਨਾਂ ਪੁਲਿਸ ਵਾਲਿਆਂ ਦੀ ਹਾਈ ਕੋਰਟ ਵੀ ਅਜੇ ਪੈਂਡਿੰਗ ਅਪੀਲ, ਫਿਰ ਵੀ ਉਹਨਾਂ ਨੂੰ ਜਿਹੜਾ ਇੱਕ ਪੋਲੀਟੀਕਲ ਡਿਸੀਜਨ ਲੈ ਕੇ ਤੇ ਗਵਰਨਰ ਨੇ ਪਾਰਡਨ ਕਰ ਦਿੱਤਾ। ਕੈਪਟਨ ਬਾਦਲ ਸਾਹਿਬ ਨੇ ਰਿਕਮੈਂਡ ਕੀਤਾ ਜਨਵਰੀ 2017 ਦੇ ਵਿੱਚ, ਤੇ ਜੂਨ 2019 ਦੇ ਵਿੱਚ ਕੈਪਟਨ ਸਾਹਿਬ ਨੇ ਰਿਹਾ ਕੀਤਾ ਉਹਨਾਂ ਨੂੰ। ਸੋ ਉਹ ਸਟੇਟ ਜਿਸ ਤਰ੍ਹਾਂ ਡਿਸਕ੍ਰਿਮੀਨੇਟਰੀ ਡਿਸੀਜਨ ਲੈਂਦਾ ਹੈਗਾ, ਸੋ ਉਸੇ ਤਰ੍ਹਾਂ ਫਿਰ ਸਾਨੂੰ ਵੀ ਕਹਿਣਾ ਪੈਂਦਾ ਵੀ ਹਾਂ ਸਿੱਖਾਂ ਦੇ ਨਾਲ ਜਿਹੜੇ ਦੋਹਰੇ ਮਾਪਦੰਡ ਅਪਣਾਏ ਜਾਂਦੇ ਆ। ਸੋ ਉਹ 5-6 ਸਾਲ ਬਾਅਦ ਛੁੱਟ ਜਾਣੇ, 25-30 ਸਾਲ ਬਾਅਦ ਨਾ ਛੁੱਟਣ, ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੀ ਆ। ਇਕੁਐਲਿਟੀ ਜਾਂ ਤਾਂ ਉਹਨਾਂ ਨੂੰ ਵੀ 30-30 ਸਾਰਿਆਂ ਵਾਸਤੇ ਰੱਖੋ ਵੀ ਸਾਰਿਆਂ ਨੂੰ 25-30 ਜਾਂ 20 ਸਾਲ ਕਟਾਉਣੇ ਆ, ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਸਾਰਿਆਂ ਨੂੰ ਪਤਾ ਹੋਵੇ ਵੀ ਭਾਈ ਆ ਸਜ਼ਾ ਹੋ ਗਈ ਆ, ਹੁਣ ਇੰਨਾ ਕੱਟਣਾ ਪੈਣਾ, ਇੰਨੀ ਭੁਗਤਣੀ ਪੈਣੀ। ਪੁਲਿਸ ਵਾਲਿਆਂ ਨੂੰ ਪਤਾ ਵੀ ਸਾਨੂੰ ਸਜ਼ਾ ਵੀ ਦੇ ਦਿੱਤੀ ਤੇ ਅਸੀਂ ਆ ਹੀ ਜਾਣਾ 5-4 ਸਾਲਾਂ ਬਾਅਦ, ਕਿਹੜੀ ਟੈਨਸ਼ਨ ਆ। ਸੋ ਇਹ ਨਹੀਂ ਹੋਣਾ ਚਾਹੀਦਾ ਵੀ ਕਿਸੇ ਨੂੰ ਮਹਿਸੂਸ ਹੋਵੇ। ਮਹਿਸੂਸ ਕੌਣ ਕਰਾਉਂਦਾ? ਇਹ ਪੋਲੀਟੀਕਲ ਡਿਸੀਜਨ ਲੈਣ ਵਾਲੇ ਲੋਕ ਜਿਹੜੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਬੈਠੇ ਆ। ਤੁਸੀਂ ਉਹਨਾਂ ਦੀ ਬਾਅਦ ਦੀ ਜ਼ਿੰਦਗੀ ਬਾਰੇ ਕਦੇ ਸੋਚਦੇ ਹੋ? ਜਿਹੜੇ ਬੰਦੇ ਉੱਥੋਂ ਵਾਪਸ ਆਉਂਦੇ ਆ, ਉਹਨਾਂ ਨੇ ਗੁਨਾਹ ਤਾਂ ਕੀਤਾ, ਜੇ ਅਦਾਲਤਾਂ ਨੇ ਉਹਨਾਂ ਨੂੰ ਸਜ਼ਾ ਦਿੱਤੀਆਂ, ਗੁਨਾਹ ਤਾਂ ਉਹਨਾਂ ਨੇ ਕੀਤਾ ਹੋਇਆ, ਸਮਾਜ ਦੇ ਵਿੱਚ ਉਹ ਕਿਵੇਂ ਵਿਚਰ ਪਾਉਂਦੇ ਆ? ਸਵਾਲ ਤਾਂ ਇਹ ਹੈ ਮਨਜਪੁਰ ਜੀ, ਉਹਨਾਂ ਦੀ ਅਗਲੀ ਜ਼ਿੰਦਗੀ ਹੈ ਜਿਹੜੀ ਤੁਸੀਂ ਕਹਿੰਦੇ ਸੌਖੀ ਰਹੂਗੀ, ਆਪਦੇ ਘਰ 'ਚ ਰਹਿਣਗੇ, ਪਰ ਜਿਹੜੇ ਘਰ ਦੇ ਵਿੱਚ ਉਹ ਰਹਿੰਦੇ ਆ, ਜਿਹੜਾ ਆਸ-ਪਾਸ ਸਮਾਜ ਹੈ, ਉਹਨਾਂ ਦਾ ਵਰਤਾਰਾ ਜਿਹਦੇ ਨਾਲ, ਉਹ ਕੀ ਸੋਚਦਾ ਉਹਨਾਂ ਬੰਦਿਆਂ ਬਾਰੇ? ਕਦੇ ਉਸ ਬਾਰੇ ਤੁਸੀਂ ਗੱਲ ਕੀਤੀ ਹੈ ਮਨਜਪੁਰ ਜੀ? ਨਹੀਂ, ਦੇਖੋ ਉਹਦੇ ਬਾਰੇ ਰਿਪੋਰਟ ਹੁੰਦੀ ਆ ਤਾਂ ਪ੍ਰੀਮੈਚੁਰ ਰਿਲੀਜ਼ ਦਾ ਜਿਹੜਾ ਫਾਈਨਲ ਹੁੰਦਾ। ਜਿਵੇਂ ਤੁਸੀਂ ਭੁੱਲਰ ਸਾਹਿਬ ਦੀ ਗੱਲ ਕੀਤੀ ਸੀ, ਭੁੱਲਰ ਸਾਹਿਬ ਦੀ ਲੋਕੈਲਿਟੀ ਦੇ ਵਿੱਚੋਂ ਉਹਨਾਂ ਦਾ ਕਾਉਂਸਲਰ ਜਿਹੜਾ ਕਿ ਪੀਪਲ ਰਿਪਰੈਜ਼ੈਂਟੇਟਿਵ ਹੈਗਾ ਜਾਂ ਪਿੰਡ ਦੀ ਪੰਚਾਇਤ ਹੋਵੇ, ਉਹਦੇ ਕੋਲੋਂ ਲਿਖਾਇਆ ਜਾਂਦਾ ਕਿ ਹਾਂ ਇਹ ਬੰਦੇ ਦਾ ਵਿਹਾਰ ਕਿਵੇਂ ਆ, ਇਹਦੇ ਬਾਹਰ ਆਉਣ ਦੇ ਨਾਲ ਕੋਈ ਖਤਰਾ ਤਾਂ ਨਹੀਂ, ਕੋਈ ਸ਼ਾਂਤੀ ਤਾਂ ਨਹੀਂ ਭੰਗ ਹੁੰਦੀ। ਜਦੋਂ ਸਾਰੇ ਜ਼ਿੰਮੇਵਾਰੀ ਲੈਂਦੀ ਆ, ਸੋਸ਼ਲ ਜਿਹੜੀ ਰਿਪੋਰਟ ਬਣਦੀ ਆ, ਉਹ ਇਸੇ ਗੱਲ ਲਈ ਬਣਦੀ ਆ ਵੀ ਦੇਖੋ ਇਹਦਾ ਬੰਦੇ ਦਾ ਸਮਾਜ ਦੇ ਵਿੱਚ ਕਿਵੇਂ ਦਾ ਅਕਸ ਆ। ਸੋ ਸਮਾਜ ਜੇ ਸਮਝਦਾ ਵੀ ਇਹਨੇ ਜੋ ਗੁਨਾਹ ਜੇ ਕੀਤਾ ਸੀ, ਉਹਨੇ ਸਜ਼ਾ ਕੱਟ ਲਈ, ਤੈਨੂੰ ਰਿਹਾ ਕਰੋ, ਤਾਂ ਫਿਰ ਸਾਨੂੰ ਉਹਦੀ ਸਮਾਜ ਦੀ ਤੇ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਸੁਣਨੀ ਚਾਹੀਦੀ ਆ। ਇਸੇ ਗੱਲ ਲਈ ਜਮਹੂਰੀਅਤ ਇਸੇ ਗੱਲ ਦੀ ਹੈਗੀ ਆ। ਸੋ ਭੁੱਲਰ ਸਾਹਿਬ ਦੀ ਲੋਕੈਲਿਟੀ ਨੇ, ਉਹਨਾਂ ਦੇ ਕਾਉਂਸਲਰ ਨੇ, ਉਹਨਾਂ ਦੀ ਜਿਹੜੀ ਲਾ ਇਨਫੋਰਸਮੈਂਟ, ਉੱਥੇ ਪੁਲਿਸ ਸਟੇਸ਼ਨ ਹੈ ਰਣਜੀਤ ਐਵਨਿਊ ਚੌਂਕੀ, ਉਹਨਾਂ ਨੇ ਵੀ ਉਹਨਾਂ ਦੀ ਫੇਵਰ ਦੇ ਵਿੱਚ ਕੀਤਾ ਵੀ ਨਹੀਂ ਵੀ ਇਹ ਬੰਦਾ ਆਉਂਦਾ ਘਰੇ, ਇਹ ਮੈਡੀਕਲੀ ਇਹ ਘਰੇ ਆਰਾਮ ਕਰਦਾ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਉਹਨਾਂ ਨੇ ਸਗੋਂ ਸਿਸਟਮ ਉਹਨਾਂ ਦੇ ਆਂਢੀਆਂ ਗੁਆਂਢੀਆਂ ਨੂੰ ਘੜੀ ਪੁੱਛ ਕੇ ਜ਼ਰੂਰ ਤੰਗ ਕਰਦਾ ਹੈਗਾ, ਪਰ ਉਹਨਾਂ ਦੇ ਕਰਕੇ ਕਿਸੇ ਨੂੰ ਕੋਈ ਤੰਗੀ ਨਹੀਂ ਹੁੰਦੀ। ਤੇ ਸਾਡੀ ਸਿਆਸਤ ਜਿਹੜੀ ਹੁੰਦੀ ਆ ਉਹਦਾ ਕੇਸ ਰਿਕਮੈਂਡ ਨਹੀਂ ਹੁੰਦਾ ਕਦੀ ਵੀ। ਤੇ ਸਾਡੀ ਸਿਆਸਤ ਤਾਂ ਬਹੁਤੀ ਇਹ ਕਹਿੰਦੀ ਹੈ ਦੇਸ਼ ਦੀ ਸੁਰੱਖਿਆ ਨੂੰ ਖਤਰਾ, ਜੇ ਬੰਦੇ ਬਾਹਰ ਆ ਗਏ ਤਾਂ ਦੇਖ ਲਓ ਦੇਸ਼ ਦੀ ਸੁਰੱਖਿਆ ਨੂੰ ਖਤਰਾ, ਮੈਂ ਸਮਝਦਾ ਜਿਹੜੇ ਸੁਰੱਖਿਆ ਦੇ ਦਾਅਵੇਦਾਰ ਆ ਉਹਨਾਂ ਕੋਲੋਂ ਜ਼ਿਆਦੇ ਆ। ਇਹ ਬੰਦੀ ਸਿੰਘ ਉਹ ਆ ਜਿਹੜੇ ਇਹ ਘਰੋਂ ਕੋਈ ਪ੍ਰੋਫੈਸਰ ਆ, ਕੋਈ ਖੇਤੀਬਾੜੀ ਕਰਦਾ ਸੀ, ਕੋਈ ਪੁਲਿਸ ਦੇ ਵਿੱਚ ਸੀ, ਆਪਣੀ ਲਾਈਫ ਜਿਹੜੀ ਹੈ ਜੀ ਰਹੇ ਸੀ। ਇੱਕ ਖਾਸ ਪੋਲੀਟੀਕਲ ਹਾਲਾਤਾਂ ਦੇ ਮੁਤਾਬਕ ਇਹਨਾਂ ਨੂੰ ਇਸ ਪਾਸੇ ਨੂੰ ਕੁੱਦਣਾ ਪਿਆ, ਤੇ ਉਹ ਕੋਈ ਜਮਾਂਦਰੂ ਨਹੀਂ ਸੀਗੇ। ਪ੍ਰੋਫੈਸਰ ਭੁੱਲਰ ਸਾਹਿਬ ਇੱਥੇ GNE ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਲੈਕਚਰਰ ਸੀਗੇ, ਇੱਥੇ ਪ੍ਰੋਫੈਸਰ ਸੀਗੇ, ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਰਹੇ ਸੀ। ਸੋ ਉਹ ਕੋਈ ਜਰੈਮ ਪੇਸ਼ਾ ਨਹੀਂ। ਉਹਨਾਂ ਦੇ ਫਾਦਰ ਇੱਕ
ਗਜ਼ਟਡ ਅਫਸਰ ਸੀ, ਉਹਨਾਂ ਦੇ ਮਦਦ ਵੀ ਜਿਹੜੇ ਫਾਦਰ ਸਾਹਿਬ ਨੂੰ ਫਿਰ ਚੁੱਕ ਕੇ ਮਾਰਿਆ ਗਿਆ, ਸੋ ਉਹਦਾ ਇਨਸਾਫ ਨਹੀਂ ਮਿਲਿਆ ਅਜੇ ਤੱਕ। ਸੋ ਬੜੀਆਂ ਲੰਬੀਆਂ ਗੱਲਾਂ ਹੈਗੀਆਂ। ਸੋ ਸਮਾਜ ਦੇਖੇ, ਸਮਾਜ ਦੀ ਕੀ ਆਵਾਜ਼ ਹੈਗੀ ਆ ਵੀ ਭੁੱਲਰ ਸਾਹਿਬ ਤੇ ਬੰਦੀ ਸਿੰਘ ਜਿਨ੍ਹਾਂ ਨੇ 25-30 ਸਾਲ ਕੱਟੇ ਆਪਣੇ ਘਰ ਦੇ ਵਿੱਚ ਆਉਣੇ ਚਾਹੀਦੇ ਆ। ਇਹਨਾਂ ਨੂੰ ਸਿਆਸੀ ਲੋਕਾਂ ਦੀ ਵਜ੍ਹਾ ਦੇ ਕਰਕੇ, ਉਹਨਾਂ ਦੇ ਲਏ ਫੈਸਲੇ ਲੇਟ ਹੋਣ ਕਰਕੇ ਇਹਨਾਂ ਨੂੰ ਅੰਦਰ ਨਹੀਂ ਰੱਖਿਆ ਜਾਣਾ ਚਾਹੀਦਾ। ਤੁਹਾਡੇ ਲਈ ਇਹ ਬੰਦੀ ਸਿੰਘ ਹੀਰੋ ਹੈ? ਬਿਲਕੁਲ ਹੀਰੋ ਆ ਜੀ, ਬਤੌਰ ਸਿੱਖ ਮੇਰੇ ਲਈ ਇਹ ਸਾਰੇ ਹੀਰੋ ਆ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਬਾਅਦ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਹੋਵਾਂਗੇ ਅਸੀਂ। ਜਸਪਾਲ ਸਿੰਘ ਮੰਝਪੁਰ ਹਰੀ ਬੜੀ ਬੇਬਾਕੀ ਨਾਲ ਜਵਾਬ ਦੇ ਰਹੀ ਹੈ ਤੇ ਇਸ ਬੇਬਾਕੀ ਭਰੇ ਜਵਾਬਾਂ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੈ। ਮੈਂ ਕੋਸ਼ਿਸ਼ ਕਰ ਰਿਹਾ ਤੁਹਾਡਾ ਹਰ ਸਵਾਲ ਦਾ ਜਵਾਬ ਮੈਂ ਲਵਾਂ ਤੇ ਹੋ ਸਕਦਾ ਕਿ ਉਸ ਸਵਾਲ ਦਾ ਜਵਾਬ ਵੀ ਮੈਂ ਲੈ ਲਵਾਂ ਜਿਹੜੇ ਸਵਾਲ ਦਾ ਬਾਰੇ ਤੁਸੀਂ ਨਹੀਂ ਸੋਚਿਆ ਹੋਊਗਾ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੀ ਵੀ ਚੀਜ਼ ਘੁੰਮਦੀ ਪਈ ਹੈ ਉਸ ਸਵਾਲ ਦਾ ਜਵਾਬ ਇਸ ਮੰਚ ਤੋਂ ਮਿਲੇ ਜ਼ਰੂਰ। ਵਾਪਸ ਆ ਰਿਹਾ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਜਸਪਾਲ ਸਿੰਘ ਮੰਝਪੁਰ ਬਹੁਤ ਹੀ ਉੱਘੇ ਵਕੀਲ ਸਾਡੇ ਨਾਲ ਮੌਜੂਦ ਹੈਗੇ। ਜਸਪਾਲ ਸਿੰਘ ਮੰਝਪੁਰ ਜੀ, ਥੋੜਾ ਜਿਹਾ ਮੈਨੂੰ ਜੇ ਤੁਸੀਂ ਤਫਸੀਲ ਨਾਲ ਦੱਸ ਸਕੋ, ਸਾਡੇ ਦਰਸ਼ਕਾਂ ਨੂੰ ਸਿੱਧਾ ਸਮਝ ਆ ਜਾਊਗਾ ਇਹ ਕਿੰਨੀਆਂ ਸਟੇਟਸ ਦਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ, ਜਾਂ ਇਕੱਲੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਤਹਿਤ ਆ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਆਰਟੀਕਲ 72 ਦੀ ਵਰਤੋਂ ਕੀਤੀ ਗਈ ਹੈ, ਉਹ ਸਾਰੀ ਜੇ ਮੈਨੂੰ ਸਿੱਧੇ ਸਿੱਧੇ ਸ਼ਬਦਾਂ ਵਿੱਚ ਸਮਝਾ ਸਕੋ ਕਿ ਕਿੰਨੀਆਂ ਸਟੇਟਸ ਦਾ ਮਾਮਲਾ ਹੈ ਜਾਂ ਸਿਰਫ ਕੇਂਦਰ ਸਰਕਾਰ ਜਾਂ ਗ੍ਰਹਿ ਮੰਤਰਾਲੇ ਨੇ ਆਰਡਰ ਕਰਨੇ? ਆਵਾਜ਼ ਕੱਟੀ ਇਹ ਭਾਜੀ, ਜੇ ਤਾਂ ਸੈਂਟਰ ਗਵਰਨਮੈਂਟ ਕਰਨਾ ਚਾਹੇ ਤੇ ਆਰਟੀਕਲ 72 ਦੇ ਥੱਲੇ, ਜੇ ਤਾਂ ਸੈਂਟਰ ਗਵਰਨਮੈਂਟ ਕਰਨਾ ਚਾਹੇ ਆਰਟੀਕਲ 72 ਦੇ ਥੱਲੇ ਹੋਲ ਆਫ ਦੀ ਇੰਡੀਆ ਉਹਨਾਂ ਦੀ ਜੁਰਿਸਡਿਕਸ਼ਨ ਹੈਗੀ ਆ। ਉਹ ਕਿਸੇ ਵੀ ਬੰਦੀ ਸਿੰਘ ਨੂੰ ਮਾਫ ਕਰ ਸਕਦੇ, ਉਹਦੀ ਸਜ਼ਾ ਘਟਾ ਸਕਦੇ ਆ। ਸੋ ਜੇ ਸਟੇਟਾਂ ਨੇ ਕਰਨਾ ਹੋਵੇ ਤੇ ਉਹ ਸਟੇਟ ਦਾ ਕੇਸ ਆ, ਜਿਵੇਂ ਭੁੱਲਰ ਸਾਹਿਬ ਦਾ ਦਿੱਲੀ ਨਾਲ ਸੰਬੰਧਿਤ ਕੇਸ ਆ, ਗੁਰਦੀਪ ਸਿੰਘ ਦਾ ਕਰਨਾਟਕਾ ਨਾਲ ਸੰਬੰਧਿਤ ਆ, ਬੇਅੰਤ ਮਰਡਰ ਕੇਸ ਵਾਲੇ ਸਾਰੇ ਉਹ ਯੂਟੀ ਦੇ ਉਮਰ ਕੈਦੀ ਆ। ਪੰਜਾਬ ਵਾਲੇ ਜਿਹੜੇ ਹੈਗੇ ਆ ਉਹ ਪੰਜਾਬ ਨਾਲ, ਇੱਕ ਰਾਜਸਥਾਨ ਨਾਲ ਸੰਬੰਧਿਤ ਹੈਗਾ, ਸੋ 4 ਯੂਪੀ ਨਾਲ ਸੰਬੰਧਿਤ ਵੀ ਹੈਗੇ ਆ। ਸੋ ਜੇ ਸਟੇਟ ਨੇ ਕੀਤਾ ਤੇ ਸਟੇਟ ਦਾ ਉਹ ਜਿਹੜਾ ਕਨਵਿਕਸ਼ਨ ਆ, ਕਨਵਿਕਟਡ ਕੋਰਟ ਕਿੱਥੋਂ ਦੀ ਆ, ਕੇਸ ਕਿੱਥੋਂ ਦਾ, ਉਹ ਸਟੇਟ, ਨਹੀਂ ਤੇ ਫਿਰ ਸੈਂਟਰ ਗਵਰਨਮੈਂਟ ਹੋਲ ਆਫ ਦੀ ਇੰਡੀਆ 'ਚ ਕਰ ਸਕਦੀ ਹੈ। ਤੁਸੀਂ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਸਟੇਟਸ ਆ, ਜਿਵੇਂ ਯੂਪੀ ਗਵਰਨਮੈਂਟ ਤੁਸੀਂ ਜ਼ਿਕਰ ਕੀਤਾ, ਯੂਟੀ ਦਾ ਜ਼ਿਕਰ ਕੀਤਾ, ਦਿੱਲੀ ਦੀ ਸਰਕਾਰ ਦਾ ਜ਼ਿਕਰ ਕੀਤਾ, ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਅੜਿੱਕਾ ਕਿਹਨੂੰ ਮੰਨਦੇ ਹੋ ਤੁਸੀਂ? ਅੜਿੱਕਾ ਉਹ ਸਾਰੀਆਂ ਸਟੇਟਾਂ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਆ ਜਿਹੜੀਆਂ ਕਾਨੂੰਨ ਸਾਹਮਣੇ ਸਮਾਨਤਾ ਦੇ ਮੁਤਾਬਕ ਫੈਸਲੇ ਨਹੀਂ ਲੈਂਦੀਆਂ। ਜੀ ਮੰਝਪੁਰ ਜੀ, ਇੱਕ ਹੋਰ ਥੋੜੀ ਸਥਿਤੀ ਸਾਫ਼ ਕਰ ਦਿਓ। ਜਿਸ ਤਰੀਕੇ ਨਾਲ ਇਹ ਮਾਮਲਾ ਸਿਆਸੀ ਪੱਧਰ ਤੇ ਹੁਣ ਚੁੱਕਿਆ ਜਾ ਰਿਹਾ, ਮੈਂ ਪਹਿਲਾਂ ਵੀ ਇਹ ਸਵਾਲ ਤੁਹਾਨੂੰ ਕੀਤਾ ਸੀ ਕਿ ਸਿਆਸਤ ਇਸ ਮਾਮਲੇ ਦੇ ਉੱਤੇ ਬਹੁਤ ਸੋਚ ਸਮਝ ਕੇ ਬੋਲਦੀ ਹੈ। ਉਦੋਂ ਬੋਲਦੀ ਹੈ ਜਦੋਂ ਲੱਗਦਾ ਕਿ ਹਾਂ ਥੋੜਾ ਜਿਹਾ ਹੁਣ ਵੋਟ ਬੈਂਕ ਜਿਹੜਾ ਉਹ ਇੱਧਰ ਉੱਧਰ ਨਾ ਹੋ ਜਾਵੇ, ਉਦੋਂ ਬੋਲ ਦਿਓ। ਉਹ ਮਾੜਾ ਜਿਹਾ ਬੋਲਦੀਆਂ ਸਰ। ਮੰਝਪੁਰ ਜੀ, ਇਹ ਧਿਆਨ ਰੱਖਿਓ, ਮੈਂ ਜਿਹੜੇ ਸ਼ਬਦ ਵਰਤ ਰਿਹਾ, ਤੁਸੀਂ ਪਿਛਲੇ ਦਿਨਾਂ 'ਚ ਕੋਈ ਪ੍ਰੈਸ ਰਿਲੀਜ਼ ਵੀ ਪੜ੍ਹੀਆਂ ਹੋਣਗੀਆਂ, ਮੈਂ ਵੀ ਪੜ੍ਹੀਆਂ ਸਰ। ਉਹ ਬੜਾ ਸੰਖੇਪ ਦੇ ਵਿੱਚ ਬੜੇ ਧਿਆਨ ਦੇ ਨਾਲ ਸ਼ਬਦਾਂ ਦਾ ਧਿਆਨ ਰੱਖ ਕੇ ਸਰ ਬੋਲਿਆ ਜਾਂਦਾ। ਮੰਝਪੁਰ ਜੀ, ਉਹ ਸਿਆਸਤ ਵੀ ਡਰਦੀ ਪਈ ਹੈ ਨਾ, ਉਹ ਵੀ ਕਾਨੂੰਨ ਦੀ ਗੱਲ ਨਹੀਂ ਕਰਦੀ ਪਈ। ਮੰਝਪੁਰ ਜੀ, ਤੁਸੀਂ ਕਹਿ ਰਹੇ ਕਾਨੂੰਨ ਦੇ ਰਾਜ ਦੀ ਗੱਲ ਕਰੋ, ਤੁਸੀਂ ਮੀਡੀਆ ਨੂੰ ਵੀ ਕਟਾਰੇ 'ਚ ਖੜਾ ਕਰਦੇ ਹੋ। ਮੇਰਾ ਸਾਥੀ ਭਾਈਚਾਰਾ ਉਹ ਵੀ ਕਟਾਰੇ 'ਚ ਖੜਾ ਹੁੰਦਾ। ਮੈਂ ਤਾਂ ਆਪ ਤੁਹਾਨੂੰ ਸਵਾਲ ਕਰ ਲਿਆ ਮੰਝਪੁਰ ਜੀ, ਫਿਰ ਤੁਸੀਂ ਕਿੰਨੇ ਲੋਕ ਹੋ ਜਿਹੜੇ ਡਿਮਾਂਡ ਕਰਦੇ ਪਏ? ਸਾਰਾ ਹਰੇਕ ਕੋਈ ਜਿਹੜਾ ਇੱਕ ਸਵਸਥ ਸਮਾਜ ਚਾਹੁੰਦਾ ਉਹ ਸਾਰਾ ਸਾਡੇ ਨਾਲ ਆ ਵੀ ਇਹ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਜਾਂ ਬਹੁਤ ਜ਼ਿਆਦਾ ਸਜ਼ਾਵਾਂ ਕੱਟ ਲਈਆਂ ਉਹ ਰਿਹਾ ਹੋਣੇ ਚਾਹੀਦੇ। ਸੋ ਸਮਾਜ ਦੀ ਆਵਾਜ਼ ਆ ਇਹ, ਦੇਸ਼ ਦੇ ਹਿਊਮਨ ਰਾਈਟਸ ਦੇ ਪਿਆਰ ਕਰਨ ਵਾਲੇ ਲੋਕਾਂ ਦੀ ਦੁਨੀਆ ਭਰ ਦੀ ਆਵਾਜ਼ ਆ। ਹੁਣ ਭੁੱਲਰ ਸਾਹਿਬ ਦੇ ਸੰਬੰਧ 'ਚ ਜੇ ਤੁਸੀਂ ਦੇਖੋ, ਜਦੋਂ ਫਾਂਸੀ ਹੋਈ ਸੀ ਉਹਨਾਂ 2001-2 ਤੋਂ ਲੈ ਕੇ ਹੀ ਮੁਜ਼ਾਹਰੇ ਹੋਏ ਆ। ਮੈਨੂੰ ਹੁਣ ਜਰਮਨ ਅੰਬੈਸੀ ਵਾਲੇ ਵੀ ਕਦੀ ਫੋਨ ਆ ਜਾਂਦਾ ਵੀ ਕੀ ਬਣਿਆ ਜੀ ਭੁੱਲਰ ਸਾਹਿਬ ਦਾ। ਸੋ ਉਹਨਾਂ ਦੇ ਜਿਹੜੇ ਉਹ ਵੀ ਧਿਆਨ ਰੱਖਦੇ, ਉਹਨਾਂ ਦੀ ਵੀ ਅੱਖ ਹੈਗੀ ਆ ਕਿਉਂਕਿ ਇਹ ਉੱਥੋਂ ਉਹਨਾਂ ਨੇ ਡਿਪੋਰਟ ਕੀਤਾ ਸੀ ਤਾਂ ਉਹਨਾਂ ਨੇ ਆਪਣਾ ਫੈਸਲਾ ਜਿਹੜਾ ਉਹ ਬਦਲਿਆ ਵੀ ਸੀ। ਉਹਨਾਂ ਨੇ ਕਿਹਾ ਵੀ ਅਸੀਂ ਗਲਤ ਕਰਤਾ ਬੰਦੇ ਨੂੰ ਡਿਪੋਰਟ, ਉਹਦੇ ਨਾਲ ਉੱਥੇ ਧੱਕਾ ਹੋ ਗਿਆ ਜਾ ਕੇ। ਸੋ ਇਹਦੇ 'ਚ ਨਿਗਾਹ ਸਾਰਿਆਂ ਦੀ ਆ, ਹਰੇਕ ਕੋਈ ਚਾਹੁੰਦਾ ਛੁੱਟਣਾ ਚਾਹੀਦਾ। ਤੁਸੀਂ ਪਰਸਨਲੀ ਜਿਹਨੂੰ ਮਰਜ਼ੀ ਲੀਡਰ ਨੂੰ ਪੁੱਛ ਲਓ, ਆਮ ਆਦਮੀ ਪਾਰਟੀ ਦੇ 20 ਬੰਦਿਆਂ ਦੇ ਮੈਂ ਨਾਂ ਦੱਸ ਸਕਦਾ ਜਿਨ੍ਹਾਂ ਨੇ ਕਿਹਾ ਨਹੀਂ ਜਦ ਹੋਣਾ ਚਾਹੀਦਾ ਭੁੱਲਰ ਸਾਹਿਬ ਦਾ ਕੰਮ, ਕੀ ਕਰੀਏ ਸਾਡੀ ਸੁਣੀ ਨਹੀਂ ਜਾਂਦੀ। ਅੱਜ ਸੰਧਵਾ ਸਾਹਿਬ ਨੇ ਪਬਲਿਕਲੀ ਬਿਆਨ ਦੇਤਾ ਵੀ ਗਲਤ ਫੈਸਲਾ ਲਿਆ ਦਿੱਲੀ ਸਰਕਾਰ ਨੇ ਪਿਛਲੇ ਸਾਲ ਜਿਹੜਾ ਕੀਤਾ। ਅਸੀਂ 24-25 ਕਰੀਬ ਕੈਂਡੀਡੇਟਾਂ ਨੇ 20 ਦਿਨ ਪਹਿਲਾਂ ਕੇਜਰੀਵਾਲ ਨੂੰ ਕਿਹਾ ਸੀ ਵੀ ਇੱਥੇ ਡਿਸੀਜਨ ਲਓ ਕੋਈ ਉਹ, ਤੇ ਸੋ ਹੁਣ ਅੱਜ ਸੰਧਵਾ ਸਾਹਿਬ ਬੋਲੇ ਆ ਤੇ ਬਾਕੀ ਵੀ ਮੇਰੇ ਹਿਸਾਬ ਨਾਲ ਜਿਹੜੇ ਬਲਜਿੰਦਰ ਕੌਰ ਵਰਗੇ ਜਿਹੜੇ ਪੁਰਾਣੇ MLA ਹੈਗੇ ਆ ਤੇ ਉਹਨਾਂ ਨੂੰ ਬੋਲਣਾ ਚਾਹੀਦਾ। ਭਗਵੰਤ ਮਾਨ ਪਰਸਨਲ ਮੈਨੂੰ ਜਾਣਦਾ,
ਉਹ ਮੇਰਾ ਫੋਨ ਨਹੀਂ ਚੁੱਕਦਾ, ਮੇਰੀ ਈਮੇਲ ਨਹੀਂ ਕਰਦਾ। ਉਹਨੂੰ ਪੁੱਛਣਾ ਚਾਹੀਦਾ ਵੀ ਜਦੋਂ ਤੂੰ ਲੋਕ ਲਹਿਰ ਚਲਾਈ ਸੀ ਤੇ 50,000 ਸਿੱਖ ਫੈਡਰੇਸ਼ਨ ਜਰਮਨੀ ਦਾ ਮੈਂ ਹੀ ਲੈ ਕੇ ਆਇਆ ਸੀ, ਜਿੱਥੇ ਤੂੰ ਦੋਨਾਂ ਨਾਨਕਾ ਦੇ ਵਿੱਚ ਬੋਲ ਕਰਾਇਆ ਸੀ, ਤੇ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਂ ਲੈ ਕੇ ਉਦੋਂ ਤੂੰ ਵਡਿਆਈ ਕਰਦਾ ਸੀ। ਜਿਹੜੀ ਸਿੱਖ ਫੈਡਰੇਸ਼ਨ ਜਰਮਨੀ ਦੇ ਗੁਰਮੀਤ ਸਿੰਘ ਖਨਿਆਲ ਨੇ 50,000 ਭੇਜਿਆ ਸੀ। ਅੱਜ ਜੇ ਉਹ ਕਹਿੰਦੇ ਆ ਵੀ ਇਹਦੇ ਤੇ ਬੋਲ, ਤੇ ਫਿਰ ਬੋਲਦਾ ਕਿਉਂ ਨਹੀਂ? ਕਿਉਂਕਿ ਉਹਨੂੰ ਲੱਗਦਾ ਵੀ ਮੈਨੂੰ ਵੋਟਾਂ ਘਟਣਗੀਆਂ, ਜਾਂ ਉਹਨਾਂ ਦੀ ਸੋਚ ਆ ਇਹ ਵੀ ਹਿੰਦੂ ਵੋਟ ਘਟੂਗੀ। ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ। ਹਿੰਦੂ ਸਿੱਖ ਇਸ ਗੱਲ ਤੇ ਵੋਟ ਨਹੀਂ ਪਾਉਂਦੇ ਵੀ ਇਹ ਤੁਸੀਂ ਛੱਡਤਾ ਜਾਂ ਫੜ ਲਿਆ। ਇਹ ਇਹਨਾਂ ਦੀਆਂ ਕੈਲਕੂਲੇਸ਼ਨਾਂ ਜਿਹੜੀਆਂ ਇਹਨਾਂ ਦੇ ਉਹ ਚੋਣ ਸਰਵੇਖਣ ਵਾਲੇ ਜਾਂ ਜਿਹੜੇ ਚੋਣ ਮਹਾ ਰੱਖੇ ਹੁੰਦੇ ਆ, ਉਹ ਹੀ ਇਹਨਾਂ ਨੂੰ ਵਹਿਮ ਪਾਉਂਦੇ। ਦੇਖੋ ਜੀ, ਜੇ ਭੁੱਲਰ ਛੱਡਤਾ, ਅੱਜ ਦੇ ਭੁੱਲਰ ਸਾਹਿਬ ਨੂੰ ਕੇਜਰੀਵਾਲ ਸਰਕਾਰ ਛੱਡਦੀ ਆ। ਕੇਂਦਰ ਸਰਕਾਰ ਨੇ ਤਾਂ ਉਹਦਾ ਨੋਟੀਫਿਕੇਸ਼ਨ ਕੀਤਾ, 2 ਸਾਲ ਹੋ ਗਏ, ਨਾ ਤਾਂ ਬੀਜੇਪੀ ਬੋਲ ਸਕਦੀ ਆ ਕੇਜਰੀਵਾਲ ਨੇ ਜੀ ਕਿਉਂ ਛੱਡਿਆ। ਬਾਦਲ ਸਰਕਾਰ ਵੈਸੇ ਨਹੀਂ ਬੋਲ ਸਕਦੀ, ਉਹ ਤਾਂ ਵੈਸੇ ਹੀ ਪੰਥਕ ਅੱਜ ਕੱਲ ਜ਼ਿਆਦਾ ਬਣੇ ਆ, ਉਹਦੀ ਬੋਲ ਸਕਦੇ। ਭਾਵੇਂ ਪਹਿਲਾਂ ਕੀ ਉਹਨਾਂ ਨੇ ਬਹੁਤ ਵਾਰੀ ਵਿਰੋਧ ਕੀਤਾ। ਕਾਂਗਰਸ ਸਰਕਾਰ ਇੱਥੇ ਹੋਮ ਟਾਊਨ ਦੀ ਰਿਪੋਰਟ ਉਹਨਾਂ ਦੀ ਫੇਵਰ 'ਚ ਕਰਕੇ ਦਿੱਲੀ ਨੂੰ ਭੇਜ ਸਕਦੀ ਆ। ਫਿਰ ਕੇਜਰੀਵਾਲ ਨੂੰ ਜੇ ਇਲੈਕਸ਼ਨ ਦੇ ਮੁੱਦੇ ਤੇ ਦੇਖੋ, ਤੁਹਾਨੂੰ ਬੈਨੀਫਿਟ ਹੀ ਹੋਊਗਾ। ਲੋਕੀ ਕਹਿਣਗੇ ਨਾ ਬੀਜੇਪੀ ਉਹਨੂੰ ਕਹਿ ਸਕਦੀ ਕਿਉਂ ਛੱਡਿਆ, ਨਾ ਬਾਦਲ ਲਾਲ ਕਹਿ ਸਕਦਾ, ਨਾ ਉਹਨੂੰ ਕਾਂਗਰਸ ਕਹਿ ਸਕਦੀ ਆ। ਤੇ ਫਿਰ ਉਹ ਛੱਡੇ ਤੇ ਜਿਹੜੇ ਕੋਈ 4 ਬੰਦੇ ਹੈਗੇ ਆਪਣੇ ਨਾਲ ਜੋੜੇ। ਪਰ ਇਹ ਆ ਵੀ ਉਹਨਾਂ ਦੀ ਸੋਚ ਕਿੱਥੇ ਆ? ਕੋਈ ਸੋਚ ਤਾਂ ਨਹੀਂ ਉਹਦੀ ਸਿੱਖ ਵਿਰੋਧੀ ਵੀ ਹਾਂ ਸਿੱਖ ਹੈ ਇਹਨੂੰ ਨਹੀਂ ਛੱਡਣਾ। ਫਿਰ ਕੇਜਰੀਵਾਲ ਨੇ ਮਨੂ ਸ਼ਰਮਾ ਕਿਉਂ ਛੱਡਿਆ? ਤੰਦੂਰ ਕਾਂਡ ਵਾਲਾ, ਉਹ ਨਹੀਂ ਸੀ ਹੀਨੀਅਸ ਕ੍ਰਾਈਮ? ਸੋ ਇਹ ਸਾਰੀਆਂ ਗੱਲਾਂ ਦੇ ਜਿਨ੍ਹਾਂ ਨੂੰ ਜਵਾਬ ਦੇਣੇ ਚਾਹੀਦੇ ਆ। ਤੁਸੀਂ ਹੁਣ ਇਸ ਇੰਟਰਵਿਊ ਦੇ ਆਖਰੀ ਹਿੱਸੇ ਦੇ ਵਿੱਚ ਬਹੁਤ ਕੁਝ ਕਹਿ ਗਏ ਮੰਜਪੁਰ, ਜਿਹੜੀ ਚੀਜ਼ ਤੁਸੀਂ ਸ਼ੁਰੂ ਵਿੱਚ ਨਹੀਂ ਕਹੀ ਸੀ, ਅਖੀਰ ਵਿੱਚ ਬਹੁਤ ਕੁਝ ਕਹਿ ਗਏ ਤੁਸੀਂ। NRI ਜ਼ਿਆਦਾ ਕਿਉਂ ਫਿਕਰ ਕਰਦੇ ਆ? NRI ਇਸ ਮੁੱਦੇ ਬਾਰੇ ਬਹੁਤ ਕੁਝ ਲਿਖਦੇ ਆ, ਬਹੁਤ ਕੁਝ ਬੋਲਦੇ ਆ। ਜਿਹੜੇ ਇੱਥੇ ਲੋਕ ਬੈਠੇ ਆ ਉਹ ਉਹਨਾਂ ਨਹੀਂ ਬੋਲਦੇ ਪਏ ਮੰਜਪੁਰ ਜੀ। ਤੁਹਾਨੂੰ ਇਹ ਲੱਗਦਾ ਕਿ ਮੈਨੂੰ ਹੀ ਲੱਗਦਾ ਪਿਆ ਸਿਰਫ? ਨਹੀਂ, ਉਹ ਕਿਉਂਕਿ ਉਹ ਵੋਕਲ ਆ ਜ਼ਿਆਦਾ, ਉਹਨਾਂ ਦਾ ਜਿਹੜਾ ਉੱਥੇ এনवायरमेंट ਹੈਗਾ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦਿੰਦਾ। ਇੱਥੇ ਲੋਕ ਡਰ ਜਾਂਦੇ ਨੇ। ਇੱਥੇ ਲੋਕਾਂ ਨੂੰ ਪਤਾ ਨਹੀਂ ਵੀ ਅਸੀਂ ਕੋਈ ਮਾੜੀ ਜੀ ਗੱਲ ਕੀਤੀ, ਪਤਾ ਨਹੀਂ ਸਾਡੇ ਉੱਤੇ ਕਿਹੜਾ UAP ਐਕਟ ਲੱਗ ਜਾਣਾ। ਸੋ ਲੋਕਾਂ ਦੇ ਵਿੱਚ ਦਹਿਸ਼ਤ ਹੈਗੀ, ਜ਼ਿਆਦੇ ਮਾਹੌਲ ਆ ਪਿਛਲਾ ਇੱਥੇ ਹੰਡਾਇਆ। ਜਿਹੜੇ ਬਾਹਰ ਬੈਠੇ ਲੋਕ ਉੱਥੋਂ ਦੇ ਮੁਲਕ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਦਿੰਦੇ ਆ। ਇੱਥੇ ਵੀ ਹੈਗੀ ਆਜ਼ਾਦੀ, ਪਰ ਇੱਥੇ ਇੰਪਲੀਮੈਂਟੇਸ਼ਨ ਹੈ ਨਹੀਂ ਗੀ। ਜਿਹੜਾ ਕਾਨੂੰਨ ਇੱਥੇ ਵੀ ਸਾਰੇ ਹੱਕ ਹੈਗੇ ਆ ਜਿਹੜੇ ਬਾਹਰ ਆ, ਇੱਥੇ ਲਾਗੂ ਨਹੀਂ ਹੁੰਦਾ। ਇਸ ਕਰਕੇ ਉਹ ਜ਼ਿਆਦਾ ਬੋਲਦੇ ਦਿਸਦੇ ਆ। ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਜ਼ਿਆਦਾ ਐਕਟਿਵ ਹੁੰਦੇ ਆ। ਉਹ ਫਿਕਰਮੰਦ ਵੀ ਹੁੰਦੇ ਪੰਜਾਬ ਲਈ। ਉਹ ਇਕੱਲੇ ਇਹ ਨਹੀਂ ਹੁੰਦੇ। ਹੁਣ ਜੇ ਤਾਂ NRI ਪੈਸੇ ਦੇ ਦੇਣ ਇਹਨਾਂ ਪਾਰਟੀਆਂ ਨੂੰ, ਫੇਰ ਤਾਂ ਠੀਕ ਹੈ NRI ਦਾ ਪੈਸਾ। ਤੇ ਜੇ ਉਹ ਇਸ ਗੱਲ ਲਈ ਬੋਲਣ ਜਾਂ ਇਸ ਕੰਮ ਲਈ ਪੈਸੇ ਭੇਜਣ, ਫਿਰ ਟੈਰਰ ਫੰਡਿੰਗ ਹੋ ਜਾਂਦੀ ਆ। ਸੋ ਸਾਨੂੰ ਕੋਈ 10,000 20,000 ਰੁਪਇਆ ਭੇਜ ਦੇਵੇ, ਕਿਸੇ ਸਿੱਖ ਨੂੰ ਦੇ ਦੇਵੇ, ਤਾਂ ਉਹ ਟੈਰਰ ਫੰਡਿੰਗ ਆ। ਜੇ ਇਹਨਾਂ ਨੂੰ ਕਈ ਕਰੋੜ ਫੰਡਿੰਗ ਆ ਜਾਵੇ ਬਾਹਰੋਂ, ਫੇਰ ਜੀ ਇਹ ਫੰਡਿੰਗ ਹੈ ਜੀ, ਇਲੈਕਸ਼ਨ ਫੰਡ ਆ ਗਿਆ ਸਾਨੂੰ। ਸੋ ਇਹ ਦੋਹਰੇ ਮਾਪਦੰਡ ਹੈਗੇ ਆ। ਸੋ NRI ਬੋਲਦੇ ਆ, ਉਹਨਾਂ ਦਾ ਧੰਨਵਾਦ, ਕਿਉਂਕਿ ਉੱਥੇ ਵੋਕਲ ਆ। ਉੱਥੇ ਉਹਨਾਂ ਨੂੰ ਐਟਮੋਸਫੀਅਰ ਹੈਗਾ ਬੋਲਣ ਦਾ। ਸੋ ਉਹਨਾਂ ਨੂੰ ਬੋਲਣਾ ਚਾਹੀਦਾ। ਉਹ ਫਿਕਰਮੰਦ ਵੀ ਹੁੰਦੇ ਪੰਜਾਬ ਦੇ ਸਿਹਤ ਲਈ, ਸਿੱਖਿਆ ਲਈ। ਕਿੰਨੇ NRI ਪੰਜਾਬ ਦੇ ਸਕੂਲਾਂ ਨੂੰ ਸਪਾਂਸਰ ਕਰਦੇ ਆ, ਇੱਥੇ ਸਰਦੀਆਂ ਦੇ ਵਿੱਚ ਕੱਪੜੇ ਭੇਜਦੇ ਆ, ਸਕੂਲਾਂ ਦੇ ਲਈ ਫੰਡਿੰਗ ਕਰਦੇ ਆ, ਹਸਪੀਟਲ ਲਈ ਚੈਰਿਟੀ ਕਰਦੇ ਆ। ਸੋ ਬਹੁਤ ਸਾਰਾ ਹੈਗਾ। ਸੋ ਇਹਨਾਂ ਗੱਲਾਂ ਲਈ ਵੀ ਉਹ ਫਿਕਰਮੰਦ ਆ। ਇੱਕ ਮੈਨੂੰ ਬਲਵੰਤ ਸਿੰਘ ਰਾਜੋਆਣਾ ਹੋਰਾਂ ਬਾਰੇ ਤੇ ਜਗਤਾਰ ਸਿੰਘ ਹਵਾਰਾ ਬਾਰੇ ਤੁਸੀਂ ਦੱਸ ਸਕਦੇ ਹੋ, ਸਟੇਟਸ ਕੀ ਹੈ ਉਹਨਾਂ ਦਾ? ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੇ ਵਾਸਤੇ ਜਿਹੜਾ 550 ਸਾਲਾਂ ਦਾ ਨੋਟੀਫਿਕੇਸ਼ਨ ਸੀ, ਉਹ ਅਜੇ ਤੱਕ ਇੰਪਲੀਮੈਂਟ ਨਹੀਂ ਹੋਇਆ। ਉਹਦੇ ਵਾਸਤੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਰਿਟ ਪਟੀਸ਼ਨ ਜਿਹੜੀ ਦਾਖਲ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਮੁਕਰ ਰੋਹਤਗੀ ਵਕੀਲ ਸਾਹਿਬ ਕੀਤੇ ਸੀ। ਸੋ ਉੱਥੇ ਅਪ੍ਰੈਲ 2021 ਤੋਂ ਬਾਅਦ ਕੋਈ ਉਹਦੀ ਟੇਕਅਪ ਨਹੀਂ ਹੋਇਆ। ਉਹਦੇ ਤੋਂ ਪਹਿਲਾਂ ਜਨਵਰੀ ਤੋਂ ਅਪ੍ਰੈਲ ਤੱਕ ਸੈਂਟਰ ਗਵਰਨਮੈਂਟ ਆਪਣੇ ਨੋਟੀਫਿਕੇਸ਼ਨ ਦੇ ਬਾਰੇ ਹੀ ਦੱਸ ਨਹੀਂ ਸਕੀ ਵੀ ਅਸੀਂ ਇਹਨੂੰ ਕਦੋਂ ਇੰਪਲੀਮੈਂਟ ਕਰਾਂਗੇ। ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇੱਕ ਵਾਰੀ 4 ਹਫ਼ਤਿਆਂ ਦਾ, ਇੱਕ ਵਾਰ 2 ਹਫ਼ਤਿਆਂ ਦਾ ਤੇ ਇੱਕ ਵਾਰ 6 ਹਫ਼ਤਿਆਂ ਦਾ ਟਾਈਮ ਲਿਆ, ਪਰ ਅਜੇ ਤੱਕ ਉਹਨਾਂ ਨੇ ਉਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਭਾਈ ਜਗਤਾਰ ਸਿੰਘ ਹਵਾਰੇ ਦਾ ਦਿੱਲੀ ਦਾ ਕੋਈ ਕੇਸ ਨਹੀਂ ਹੈਗਾ, ਨਾ ਉੱਥੋਂ ਦੇ ਕਨਵਿਕਟ ਆ, ਨਾ ਉੱਥੋਂ ਦੇ ਉਹ ਅੰਡਰ ਟ੍ਰਾਇਲ ਆ। ਉਹਨਾਂ ਦਾ ਜਿਹੜਾ ਕੇਸ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਪੈਂਡਿੰਗ ਉਹਨਾਂ ਦੀ 26 ਸਾਲ ਕਸਟਡੀ ਹੋ ਗਈ। ਸੋ ਉਹਨਾਂ ਦੇ 4 ਕੇਸ ਵੀ ਹੋਰ ਪੈਂਡਿੰਗ ਹੈਗੇ ਆ, ਜਿਹੜੇ ਕਿ ਚਲਾਏ ਨਹੀਂ ਜਾ ਰਹੇ ਪਿਛਲੇ 17 ਸਾਲਾਂ ਤੋਂ। ਸੋ ਉਹਨਾਂ ਨੂੰ ਪੰਜਾਬ ਦੇ ਵਿੱਚ ਟ੍ਰਾਂਸਫਰ ਕਰਨਾ ਚਾਹੀਦਾ। ਉਹਦੇ ਵਿੱਚ ਵੀ ਕੇਜਰੀਵਾਲ ਦਾ ਜਿਹੜਾ ਹੱਥ ਹੈਗਾ ਉਹ ਨਹੀਂ ਕਰ ਰਿਹਾ, ਜਾਂ ਇੱਥੇ ਜਦੋਂ ਕੋਟਾਂ ਸਮਨ ਪ੍ਰੋਡਕਸ਼ਨ ਭੇਜਦੀਆਂ ਉਹ ਭੇਜਦੇ ਨਹੀਂ ਉਹਨਾਂ ਨੂੰ। ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਜਿਵੇਂ ਹੁਣ ਮਾਮਲਾ ਕੇਂਦਰ ਸਰਕਾਰ ਦੇ ਕੋਲ ਵੀ ਪਹੁੰਚ ਚੁੱਕਿਆ, ਸਾਰੀਆਂ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਵੀ ਕਰਦੀਆਂ ਪਈਆਂ, ਬਹੁਤ ਲੋਕ ਹੈ ਇੱਕ ਮੰਚ ਤੇ ਇਕੱਠੇ ਵੀ ਹੋ ਰਹੇ ਆ। ਜੇ ਇਹ 2022 ਦੀਆਂ ਚੋਣਾਂ ਤੋਂ ਪਹਿਲਾਂ ਕੋਈ ਇਹਨਾਂ ਮਾਮਲਿਆਂ ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਜਾਂ ਕੋਈ ਕਦਮ ਅੱਗੇ ਨਹੀਂ ਵਧਾਇਆ ਜਾਂਦਾ,
ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ? ਦੇਖੋ, ਕੋਰਸ ਆਫ ਐਕਸ਼ਨ ਬਤੌਰ ਵਕੀਲ ਤਾਂ ਅਸੀਂ ਜਿਵੇਂ ਭੁੱਲਰ ਸਾਹਿਬ ਦੇ ਸੰਬੰਧ 'ਚ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੀ ਸਾਡੀ ਤਿਆਰੀ ਆ। ਹੋ ਸਕਦਾ ਅਸੀਂ ਦੇਖਦੇ ਵੀ ਸ਼ਾਇਦ ਇਹੀ ਇਦਾਂ ਹੀ ਫੈਸਲਾ ਕਰ ਲੈਣ, ਨਹੀਂ ਤੇ ਫਿਰ ਕੋਰਟ 'ਚ ਜਾਵਾਂਗੇ। ਬਾਕੀ ਰਾਜੋਆਣੇ ਦੇ ਸਮਝ SGPC ਗਈ ਹੋਈ ਆ ਸੁਪਰੀਮ ਕੋਰਟ ਦੇ ਵਿੱਚ, ਉੱਥੇ ਉਹਨਾਂ ਨੂੰ ਅਰਲੀ ਹੀਅਰਿੰਗ ਕਰਾਉਣ ਵਾਸਤੇ ਆਪਣੀ ਐਪਲੀਕੇਸ਼ਨ ਲਾਉਣੀ ਚਾਹੀਦੀ ਹੈ। ਤੇ ਬਾਕੀਆਂ ਦੇ ਸੰਬੰਧ ਵਿੱਚ ਭਾਈ ਜਗਤਾਰ ਸਿੰਘ ਵਾਲਾ ਦੇ ਸੰਬੰਧ 'ਚ ਵੀ ਫਿਰ ਅਸੀਂ ਜਿਹੜੀ ਆ ਸੁਪਰੀਮ ਕੋਰਟ ਆਲਰੇਡੀ ਅਪੀਲ ਪੈਂਡਿੰਗ ਆ, ਉੱਥੇ ਕੋਈ ਨਾ ਕੋਈ ਜਿਹੜੀ ਚਾਰਾਜੋਈ ਕਰਾਂਗੇ। ਸੋ ਕਾਨੂੰਨੀ ਵੀ ਕਰਾਂਗੇ ਤੇ ਬਾਕੀ ਕੋਰਸ ਆਫ ਐਕਸ਼ਨ ਜਿਹੜਾ ਕੋਈ ਪੋਲੀਟੀਕਲੀ ਜਾਂ ਸੋਸ਼ਲੀ ਆ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਜਿਹੜਾ ਉਹ ਦਿੱਤਾ ਜਾਊਗਾ। ਚਲੋ, ਬਹੁਤ ਧੰਨਵਾਦ ਜਸਪਾਲ ਸਿੰਘ ਮੰਝਪੁਰ, ਤੁਸੀਂ ਵਕਤ ਕੱਢਿਆ ਤੇ ਇੰਨੀ ਬਰੀਕੀ ਦੇ ਨਾਲ ਤੇ ਬੇਬਾਕੀ ਦੇ ਨਾਲ ਸਾਡੇ ਸਾਹਮਣੇ ਇਹ ਸਾਰੇ ਮੁੱਦੇ ਰੱਖੇ। ਧੰਨਵਾਦ। ਇਹ ਸਨ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਇਹੋ ਜਿਹੇ ਕੇਸਾਂ ਨੂੰ ਹੱਥ ਪਾਇਆ ਤੇ ਉਹਨਾਂ ਕੇਸਾਂ ਤੇ ਬੜੀ ਬੇਬਾਕੀ ਨਾਲ ਬੋਲਦੇ ਆ। ਕਹਿੰਦੇ ਕਾਨੂੰਨ ਦੀ ਕਿਤਾਬ ਕੁਝ ਹੋਰ ਕਹਿੰਦੀ ਹੈ ਤੇ ਸਿਆਸਤ ਦੀ ਜਮਾਤ ਕੁਝ ਹੋਰ ਕਹਿੰਦੀ ਹੈ। ਜਦੋਂ ਕਾਨੂੰਨ ਦੀ ਕਿਤਾਬ ਦਾ, ਜਦੋਂ ਕਾਨੂੰਨ ਦੇ ਰਾਜ ਦੀ ਗੱਲ ਹੋਊਗੀ, ਫਿਰ ਸਿਆਸੀ ਰਾਜ ਦੀ ਗੱਲ ਨਹੀਂ ਹੋਊਗੀ। ਪਰ ਜਦੋਂ ਕਾਨੂੰਨ ਦੇ ਰਾਜ ਨੂੰ ਪਾਸੇ ਰੱਖ ਕੇ ਸਿਰਫ ਰਾਜਨੀਤੀ ਕੀਤੀ ਜਾਂਦੀ ਹੈ, ਫਿਰ ਉਦੋਂ ਦੇਖਿਆ ਜਾਂਦਾ ਨਫਾ ਨੁਕਸਾਨ ਵੋਟ ਬੈਂਕ ਦਾ। ਤੇ ਜਦੋਂ ਵੋਟ ਬੈਂਕ ਦਾ ਨਫਾ ਨੁਕਸਾਨ ਦੇਖਿਆ ਜਾਂਦਾ, ਫਿਰ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਹੁੰਦੀ ਤੇ ਉਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ, ਸਾਡਾ ਮੀਡੀਆ ਭਾਈਚਾਰਾ ਵੀ। ਬਹੁਤ ਧੰਨਵਾਦ।